ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਆਪਣੇ ਗੁਰ ਪੂਰੇ ਬਲਿਹਾਰੈ, ਪ੍ਰਗਟ ਪ੍ਰਤਾਪ ਕੀਓ ਨਾਮ ਕੋ। ਰਾਖੇ ਰਾਖਨ ਹਾਰੈ, ਆਪਣੇ ਗੁਰ ਪੂਰੈ ਬਲਿਹਾਰੈ। ਪ੍ਰਗਟ ਪ੍ਰਤਾਪ ਕੀਓ ਨਾਮ ਕੋ, ਰਾਖੇ ਰਾਖਨ ਹਾਰੈ। ਰਹਾਉ ਨਿਰਭਉ ਕੀਏ ਸੇਵਕ ਦਾਸ ਆਪਣੇ, ਸਗਲੇ ਦੁਖ ਵਿਸਾਰੇ ਬਿਦਾਰੈ। ਆਨ ਉਪਾਵ ਤਿਆਗ ਜਨ ਸਗਲੇ, ਚਰਨ ਕਮਲ ਰਿਦ ਧਾਰੈ। ਪ੍ਰਾਨ ਆਧਾਰ ਮੀਤ ਸਾਜਨ ਪ੍ਰਭ, ਏਕੈ ਏਕੰਕਾਰੈ। ਸਭ ਤੇ ਊਚ ਠਾਕੁਰ ਨਾਨਕ ਕਾ, ਬਾਰ ਬਾਰ ਨਮਸਕਾਰੈ। ਪ੍ਰਾਨ ਆਧਾਰ ਮੀਤ ਸਾਜਨ ਪ੍ਰਭ, ਏਕੈ ਏਕੰਕਾਰੈ। ਸਭ ਤੇ ਊਚ ਠਾਕੁਰ ਨਾਨਕ ਕਾ, ਬਾਰ ਬਾਰ ਨਮਸਕਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੁਗੋ ਜੁਗ ਅਟਲ, ਬਾਣੀ ਦੇ ਬੋਹਿਤ, ਜਹਰਾ ਜਹੂਰ ਅਤੇ ਹਾਜ਼ਰਾ ਹਜੂਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਗੁਰੂ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਵਿੱਤਰ ਮੁਖ ਵਾਕ ਦੇ ਰਾਹੀਂ ਗੁਰੂ ਕੀ ਮਹਿਮਾ ਗਾਇਨ ਕਰਦੇ ਹਾਂ ਕਿ ਜਿਸ ਗੁਰੂ ਦੀ ਬਖਸ਼ਿਸ਼ ਸਦਕਾ ਮੈਂ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਿਆ, ਫਿਰ ਨਾਮ ਦੀ ਮਹਿਮਾ ਗਾਇਨ ਕਰਦੇ ਹਾਂ। ਸਾਨੂੰ ਵੀ ਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੀ ਪ੍ਰੇਰਣਾ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਸਾ ਕੀ ਵਾਰ 'ਚ ਬਚਨ ਹਰ ਰੋਜ਼ ਆਪਾਂ ਸਰਵਣ ਕਰਦੇ ਹਾਂ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਜਿਸ ਗੁਰੂ ਦੀ ਕਿਰਪਾ ਸਦਕਾ ਮੈਂ ਆਪਣੇ ਉਸ ਵਾਹਿਗੁਰੂ ਜੀ ਨੂੰ ਚੇਤੇ ਕੀਤਾ ਹੈ, ਉਹਦੇ ਪਿਆਰ ਜੁੜਿਆ ਹਾਂ। ਜਿਸ ਗੁਰੂ ਦੇ ਉਪਦੇਸ਼ ਸਦਕਾ ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਗਿਆ ਹੈ, ਮੈਨੂੰ ਸੋਝੀ ਮਿਲ ਗਈ ਹੈ। ਗੁਰੂ ਕੇ ਪਾਵਨ ਬਚਨ ਕੇ ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਸਤਿਗੁਰੂ ਨੇ ਮੈਨੂੰ ਉਪਦੇਸ਼ ਦੇ ਕੇ, ਗਿਆਨ ਦੇ ਕੇ ਸੋਝੀ ਦਿੱਤੀ ਤੇ ਇਹਨਾਂ ਅੱਖਾਂ ਦੇ ਨਾਲ ਮੈਨੂੰ ਜਗਤ ਦੀ ਅਸਲੀਅਤ ਦਾ ਪਤਾ ਲੱਗ ਗਿਆ। ਹੁਣ ਮੈਨੂੰ ਪਤਾ ਹੈ ਕਿ ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੇ ਵਿਚਾਰਿਆ। ਕਿਸੇ ਵਿਰਲੇ ਮਨੁੱਖ ਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ ਕਿ ਆ ਦੁੱਖਾਂ ਦੇ ਸਮੁੰਦਰ ਚੋਂ ਪਾਰ ਉਤਰਨ ਦੇ ਲਈ ਗੁਰੂ ਹੀ ਜਹਾਜ਼ ਹੈ। ਗੁਰੂ ਤੋਂ ਬਿਨਾਂ ਕੋਈ ਮਨੁੱਖ ਪਾਰ ਉਤਰ ਹੀ ਨਹੀਂ ਸਕਦਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤ ਨ ਲਾਗੀ ਵਾਰ।
ਗੁਰਦੇਵ ਕਹਿੰਦੇ ਆਪਣੇ ਗੁਰੂ ਤੋਂ ਬਲਿਹਾਰ ਦਿਨ 'ਚ 100 ਵਾਰੀ ਕੁਰਬਾਨ ਜਾਂਦਾ। ਜਿਸ ਗੁਰੂ ਨੇ ਮਨੁੱਖਾਂ ਤੋਂ ਸਾਨੂੰ ਦੇਵੀ ਪੁਰਖ ਬਣਾਤਾ, ਦੇਵਤੇ ਬਣਾ ਦਿੱਤਾ। ਸਾਹਿਬ ਜੀ ਕਹਿੰਦੇ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਜਿਹੜਾ ਗੁਰੂ ਆਪ ਮੁਕਤ ਹੈ ਉਹੀ ਦੂਸਰਿਆਂ ਨੂੰ ਤਾਰ ਸਕਦਾ ਹੈ। ਅਜਿਹੇ ਗੁਰੂ ਤੋਂ ਸਾਨੂੰ ਸਦਾ ਬਲਿਹਾਰ ਜਾਣਾ ਚਾਹੀਦਾ, ਕੁਰਬਾਨ ਜਾਣਾ ਚਾਹੀਦਾ। ਸੁਖਮਨੀ ਸਾਹਿਬ ਜੀ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੜੇ ਪਿਆਰੇ ਬਚਨ ਨੇ ਕਿ ਵਾਹਿਗੁਰੂ ਜੀ ਦੀ ਮਹਿਮਾ ਤੇ ਅਸੀਂ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ। ਜਿਹਵਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ। ਸਾਡੀ ਜਿਹਵਾ ਇੱਕ ਹੈ, ਵਾਹਿਗੁਰੂ ਜੀ ਦੇ ਗੁਣ ਬੇਅੰਤ ਨੇ, ਵਾਹਿਗੁਰੂ ਜੀ ਪਰਿਪੂਰਨ ਹੈ, ਵਾਹਿਗੁਰੂ ਵਿਵੇਕ ਸਰੂਪ ਹੈ। ਜਿਹਵਾ ਏਕ ਉਸਤਤ ਨੇਕ, ਸਤਿਪੁਰਖ ਪੂਰਨ ਵਿਵੇਕ। ਕਾਹੂ ਬੋਲ ਨ ਪਹੁੰਚਰ ਪ੍ਰਾਨੀ, ਅਗੰਮ ਅਗੋਚਰ ਪ੍ਰਭ ਨਿਰਬਾਨੀ। ਮਨੁੱਖ ਕਿਸੇ ਵੀ ਬੋਲ ਰਾਹੀਂ ਉਹਦੇ ਤੱਕ ਪਹੁੰਚ ਨਹੀਂ ਸਕਦਾ, ਭਾਵ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਉਹ ਵਾਹਿਗੁਰੂ ਸਾਡੀ ਗਮਤਾ ਤੋਂ ਪਰੇ ਹੈ, ਅਗੰਮ ਹੈ। ਅਗੋਚਰ ਸਾਡੇ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਉਹ ਮਾਇਆ ਤੋਂ ਨਿਰਲੇਪ ਰਹਿਣ ਵਾਲਾ ਹੈ। ਸਾਹਿਬ ਜੀ ਕਹਿੰਦੇ ਨੇ ਅਨਕ ਭਗਤ ਬੰਦਨ ਨਿਤ ਕਰੇ, ਚਰਨ ਕਮਲ ਹਿਰਦੈ ਸਿਮਰੈ। ਅਨੇਕਾਂ ਭਗਤ ਵਾਹਿਗੁਰੂ ਜੀ ਦੀ ਨਿਤ ਬੰਦਗੀ ਕਰਦੇ ਨੇ, ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਨੂੰ ਹਿਰਦੇ ਚੇਤੇ ਕਰਦੇ ਨੇ। ਉਸ ਵਾਹਿਗੁਰੂ ਜੀ ਦੀਆਂ ਵਡਿਆਈਆਂ ਦੱਸ ਕੇ ਫਿਰ ਕਹਿੰਦੇ ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਹੇ ਨਾਨਕ ਜੀ, ਜਿਸ ਗੁਰੂ ਦੀ ਕਿਰਪਾ ਸਦਕਾ ਮੈਂ ਇਹੋ ਜਿਹੇ ਵਾਹਿਗੁਰੂ ਜੀ ਦੇ ਪਿਆਰ ਜੁੜਿਆ। ਕਿਹੜਾ ਵਾਹਿਗੁਰੂ? ਜਿਹੜਾ ਜਿਹਵਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ। ਕਾਹੂ ਬੋਲ ਨ ਪਹੁੰਚਰ ਪ੍ਰਾਨੀ, ਅਗੰਮ ਗੋਚਰ ਪ੍ਰਭ ਨਿਰਵਾਨੀ। ਨਿਰਾਹਾਰ ਨਿਰਵੈਰ ਸੁਖਦਾਈ। ਨਿਰਾਹਾਰ ਦਾ ਅਰਥ ਕਿ ਜਿਹਨੂੰ ਕੋਈ ਕਿਸੇ ਭੋਜਨ ਦੀ ਲੋੜ ਨਹੀਂ, ਕੋਈ ਭੁੱਖ ਨਹੀਂ ਹੈ। ਨਿਰਵੈਰ ਜਿਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ, ਸਮੁੱਚੀ ਮਾਨਵਤਾ ਦਾ ਭਲਾ ਕਰਦਾ ਹੈ। ਸੁਖਦਾਈ ਜਿਹੜਾ ਸੁੱਖਾਂ ਦਾ ਦਾਤਾ ਹੈ, ਜਿਹਦੇ ਘਰ 'ਚ ਹੈ ਹੀ ਸੁੱਖ ਨੇ, ਜਿਹਦੀ ਕੀਮਤ ਅੱਜ ਤੱਕ ਕਿਸੇ ਨੇ ਪਾਈ। ਸਾਹਿਬ ਕਹਿੰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ। ਆਪਣੇ ਗੁਰੂ ਤੋਂ ਸਦਾ ਬਲਿਹਾਰ, ਜਿਸ ਗੁਰੂ ਦੀ ਕਿਰਪਾ ਸਦਕਾ ਅਜਿਹੇ ਵਾਹਿਗੁਰੂ ਜੀ ਦਾ ਸਿਮਰਨ ਮੈਂ ਕੀਤਾ ਹੈ। ਗੁਰੂ ਦਾ ਮਨੋਰਥ ਹੀ ਇਸ ਧਰਤੀ ਤੇ ਆ ਕੇ ਜੀਵਨ ਨੂੰ ਪ੍ਰਮਾਤਮਾ ਦੇ ਪਿਆਰ 'ਚ ਜੋੜਨੇ। ਗੁਰੂ ਉਹ ਨਹੀਂ ਹੈ ਕਿ ਜਿਹਨੂੰ ਬਹੁਤੇ ਲੋਕੀ ਮੱਥੇ ਟੇਕਣ, ਬਹੁਤੇ ਝੜਤ ਚੜਾਵੇ ਚੜਾਉਣ, ਅਸੀਂ ਸੋਚੀਏ ਕਿ ਬੜਾ ਵੱਡਾ ਗੁਰੂ ਹੈ। ਧਰਮ ਦੇ ਨਾਂ ਤੇ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ ਵਾਲੇ ਬਹੁਤ ਨੇ ਸੰਸਾਰ ਵਿੱਚ, ਹੋਏ ਨੇ, ਹੈਗੇ ਨੇ, ਹੁੰਦੇ ਰਹਿਣਗੇ। ਪਰ ਗੁਰੂ ਦਾ ਅਰਥ ਜਿਹੜਾ ਸਾਡੇ ਅੰਦਰੋਂ ਅਗਿਆਨਤਾ ਕੱਟ ਦੇਵੇ, ਜਿਹੜਾ ਸਾਨੂੰ ਪ੍ਰਮਾਤਮਾ ਦੇ ਵਿੱਚ ਲਿਵਲੀਨ ਕਰ ਦੇਵੇ, ਪ੍ਰਮਾਤਮਾ ਦੀ ਸੋਝੀ ਦੇ ਦੇਵੇ, ਗਿਆਨ ਦੇ ਦੇਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਜਿਹਾ ਗੁਰੂ, ਸਤਿਗੁਰੂ ਜੀ ਨੇ ਉਚੇਚੇ ਤੌਰ ਤੇ ਪੂਰਾ ਗੁਰੂ ਲਫ਼ਜ਼ ਵਰਤਿਆ ਹੈ, ਪੂਰਾ। ਕਿਉਂਕਿ ਕੱਚੇ ਪਿੱਲੇ ਗੁਰੂ ਬਹੁਤ ਨੇ ਸੰਸਾਰ ਦੇ ਵਿੱਚ, ਹੁਣ ਨਹੀਂ, ਪਹਿਲਾਂ ਤੋਂ ਇਹ ਚੱਲਦੀ ਆ ਰਹੀ ਹੈ ਰੀਤ। ਅਸਲ ਦੇ ਮੁਕਾਬਲੇ ਤੇ ਨਕਲ ਬੜੀ ਜਲਦੀ ਪ੍ਰਚਲਿਤ ਹੁੰਦੀ ਹੈ। ਅਸਲੀ ਚੀਜ਼ ਦੀ ਪਹਿਚਾਣ ਤਾਂ ਪਾਰਖੂਆਂ ਨੂੰ ਹੁੰਦੀ ਹੈ, ਵਿਰਲਿਆਂ ਨੂੰ ਹੁੰਦੀ ਹੈ। ਜ਼ਿਆਦਾਤਰ ਆਪਾਂ ਦੇਖਦੇ ਨਕਲ ਬਹੁਤ ਹੀ ਵਿਕ ਜਾਂਦੀ ਹੈ ਬਾਜ਼ਾਰ ਦੇ ਅੰਦਰ। ਇਸੇ ਤਰੀਕੇ ਨਾਲ ਧਰਮ ਦੀ ਦੁਨੀਆ 'ਚ ਵੀ ਨਕਲੀ ਗੁਰੂ ਜਿਹੜੇ ਉਹ ਬੜੇ ਨੇ, ਉਹਨਾਂ ਦੇ ਕੋਲ ਰੌਣਕਾਂ ਬੜੀਆਂ ਹੁੰਦੀਆਂ ਨੇ। ਪਰ ਗੁਰੂ ਬਾਬਾ ਜੀ ਕਹਿੰਦੇ ਜਿਹੜਾ ਪੂਰਾ ਗੁਰੂ ਹੈ ਨਾ, ਉਹ ਮਨੁੱਖ ਦੇ ਅੰਦਰੋਂ ਅਗਿਆਨਤਾ ਕੱਟਦਾ ਹੈ, ਮਨੁੱਖ ਨੂੰ ਸੋਝੀ ਦਿੰਦਾ ਹੈ। ਤੇ ਸਾਹਿਬ ਕਹਿੰਦੇ ਮੈਂ ਆਪਣੇ ਅਜਿਹੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ, ਬਲਿਹਾਰ ਜਾਂਦਾ। ਮੇਰੇ ਵੱਡੇ ਭਾਗ ਨੇ ਕਿ ਮੈਨੂੰ ਇਹੋ ਜਿਹਾ ਗੁਰੂ ਮਿਲੇ ਹੈ, ਜਿਹਨੇ ਮੈਨੂੰ ਭੁੱਲੇ ਭਟਕੇ ਨੂੰ ਜ਼ਿੰਦਗੀ ਦਾ ਰਸਤਾ ਦਰਸਾ ਦਿੱਤਾ ਹੈ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਾਹਿਬ ਜੀ ਕਹਿੰਦੇ ਕਿ ਭੁੱਲਿਆਂ ਭਟਕਿਆਂ ਨੂੰ ਜਿਹਨੇ ਰਸਤਾ ਦਰਸਾਇਆ। ਦੁਨੀਆ ਭੁੱਲੀ ਪਈ ਹੈ। ਇਹ ਸੰਸਾਰ ਦੀ ਇਹ ਰੀਤ ਹੈ ਕਿ ਬਿਨ ਨਾਵੇਂ ਜਗ ਕਮਲਾ ਫਿਰੇ। ਪਰਮਾਤਮਾ ਦੇ ਨਾਮ ਨਾਲੋਂ ਟੁੱਟ ਕੇ ਇਹ ਜਗ ਜਿਹੜਾ ਹੈ ਕਮਲਿਆਂ ਵਾਂਗੂ ਫਿਰ ਰਿਹਾ ਹੈ, ਬੌਰਿਆਂ ਵਾਂਗੂ ਫਿਰ ਰਿਹਾ ਹੈ। ਪਰ ਸਤਿਗੁਰੂ ਜੀ ਕੇਵਲ ਨਾਮ ਨਾਲ ਜੋੜਦੇ ਨੇ, ਪਰਮਾਤਮਾ ਦੇ ਪਿਆਰ ਜੋੜਦੇ ਨੇ। ਨਾਮ ਨਾਲ ਜੁੜ ਕੇ ਮਨੁੱਖ ਦੀ ਜੋ ਵਡਿਆਈ ਬਣਦੀ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰੂ ਕੀ ਮਹਿਮਾ ਗਾਇਨ ਕਰਦੇ ਹਾਂ।
ਫਿਰ ਨਾਮ ਨਾਲ ਜੁੜ ਕੇ ਜੋ ਮਨੁੱਖ ਨੂੰ ਦਾਤ ਪ੍ਰਾਪਤ ਹੁੰਦੀ ਹੈ ਉਸ ਦਾ ਜ਼ਿਕਰ ਕਰਦੇ ਹਾਂ। ਜੋ ਬਚਨ ਸਾਨੂੰ ਕਹਿ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਹਿਤ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਆਪਣੇ ਗੁਰ ਪੂਰੇ ਬਲਿਹਾਰੈ। ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1218 ਤੇ ਅੰਕਿਤ ਹਨ। ਸਾਹਿਬ ਕਹਿੰਦੇ ਆਪਣੇ ਗੁਰ ਪੂਰੇ ਬਲਿਹਾਰੇ, ਮੈਂ ਆਪਣੇ ਪੂਰੇ ਗੁਰੂ ਤੋਂ ਬਲਿਹਾਰ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਕਿ ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ। ਜ਼ਿੰਦਗੀ 'ਚ ਆਨੰਦਿਤ ਹੋਣਗੇ, ਜ਼ਿੰਦਗੀ ਦਾ ਆਨੰਦ ਉਹਨਾਂ ਨੂੰ ਆਵੇਗਾ ਜਿਹੜੇ ਪੂਰੇ ਗੁਰੂ ਦੀ ਚਰਨ ਸਰਣ ਵਿੱਚ ਆਉਣਗੇ। ਨਹੀਂ ਤੇ ਕਾਚੇ ਗੁਰ ਕੇਤੇ ਗੁਰ ਚੇਲੇ ਫੁਨ ਹੁਆ, ਕਾਚੇ ਗੁਰ ਤੇ ਮੁਕਤ ਨਾ ਹੁਆ। ਕਈ ਗੁਰੂ ਨੇ, ਕਈ ਉਹਨਾਂ ਦੇ ਚੇਲੇ ਨੇ। ਕੱਚਾ ਗੁਰੂ ਜਿਹੜਾ ਉਹ ਕਦੀ ਕਿਸੇ ਨੂੰ ਮੁਕਤੀ ਨਹੀਂ ਦੇ ਸਕਦਾ। ਮਨੁੱਖ ਦਾ ਇਹ ਸੁਭਾਅ ਹੈ, ਮਨੁੱਖ ਸੌਖੇ ਤੋਂ ਸੌਖਾ ਕੰਮ ਚਾਹੁੰਦਾ ਹੈ। ਆਪਾਂ ਦੇਖਦੇ ਹੀ ਹਾਂ ਕਿ ਜੇ ਉਹ ਧਰਮ ਦਾ ਮਾਰਗ ਹੈ ਤੇ ਇੱਥੇ ਵੀ ਉਹ ਸਸਤਾ ਜਿਹਾ ਸੌਖਾ ਜਿਹਾ ਮਾਰਗ ਚਾਹੁੰਦਾ ਹੈ, ਜਿੱਥੇ ਬਹੁਤੀ ਖੇਚਲ ਨਾ ਕਰਨੀ ਪਏ, ਬਹੁਤਾ ਕਸ਼ਟ ਨਾ ਉਠਾਉਣਾ ਪਏ। ਇਸ ਕਰਕੇ ਜਿਹੜੇ ਅਧੂਰੇ ਲੋਕ ਨੇ ਉਹ ਮਨੁੱਖ ਨੂੰ ਬੜੇ ਲਾਰੇ ਲਾਉਣਗੇ, ਅਨੇਕ ਕਰਮ ਕਾਂਡਾਂ 'ਚ ਪਾ ਕੇ ਅਨੇਕ ਤਰ੍ਹਾਂ ਦੇ ਉਹਨਾਂ ਨੂੰ ਸੁਪਨੇ ਦਰਸਾ ਕੇ ਆਪਣੇ ਮਗਰ ਲਗਾ ਲੈਣਗੇ। ਲੇਕਿਨ ਗੁਰੂ ਦਾ ਮਾਰਗ ਜਿਹੜਾ ਨਾ ਉਹ ਆਪਣੇ ਆਪ ਨੂੰ ਮੇਟਣ ਦਾ ਮਾਰਗ ਹੈ। ਜੇ ਅਸੀਂ ਜ਼ਿੰਦਗੀ 'ਚ ਆਨੰਦ ਚਾਹੁੰਦੇ ਹਾਂ, ਪਰਮ ਸੁੱਖ ਚਾਹੁੰਦੇ ਹਾਂ, ਉੱਚੇ ਉੱਠਣਾ ਚਾਹੁੰਦੇ ਹਾਂ, ਤੇ ਫਿਰ ਉਹਦੇ ਲਈ ਤੇ ਕੁਰਬਾਨੀ ਕਰਨੀ ਪਏਗੀ ਨਾ। ਦੁਨੀਆ 'ਚ ਕੋਈ ਵੀ ਚੀਜ਼ ਤੇ ਦੇਖੋ, ਜੋ ਮਹਾਨ ਬਣਦੀ ਉਹਨੂੰ ਪਹਿਲਾਂ ਮਿਟਣਾ ਪੈਂਦਾ। ਛੋਟਾ ਜਿਹਾ ਬੀਜ ਅਸੀਂ ਧਰਤੀ 'ਚ ਬੀਜਦੇ ਹਾਂ, ਬੀਜ ਇੱਕ ਵਾਰੀ ਧਰਤੀ 'ਚ ਗਵਾਚ ਜਾਂਦਾ, ਆਪਣੇ ਆਪ ਨੂੰ ਲੁਕਾ ਲੈਂਦਾ, ਉਦੋਂ ਬਾਅਦ ਉਹ ਫਿਰ ਬੂਟਾ ਬਣਦਾ। ਬਾਹਰ ਰਿਹਾ ਨਹੀਂ ਬਣੇਗਾ, ਉਹਨੂੰ ਪਹਿਲਾਂ ਮਿਟਾਉਣਾ ਪਏਗਾ। ਕੋਈ ਵੀ ਮਾਰਗ ਹੈ ਉਹਦੇ ਤੇ ਚੱਲਾਂਗੇ, ਉਹਦੇ ਤੇ ਮਿਹਨਤ ਸੰਘਰਸ਼ ਤਾਂ ਕਰਨਾ ਪੈਂਦਾ। ਪਰਮਾਤਮਾ ਦੇ ਪਿਆਰ 'ਚ ਜੁੜਨਾ, ਕਿਉਂਕਿ ਮਨੁੱਖ ਨੂੰ ਇਹ ਨਹੀਂ ਪਤਾ ਲੱਗਾ ਕਿ ਪਰਮਾਤਮਾ ਦੇ ਪਿਆਰ ਜੁੜ ਕੇ ਸੰਘਰਸ਼ ਕੀ ਹੈ। ਕਿਸੇ ਨੇ ਸੋਚਿਆ ਸਰੀਰ ਨੂੰ ਕਸ਼ਟ ਮਿਲਦਾ, ਆਪਾਂ ਕਸ਼ਟ ਦੇ ਲੈਂਦੇ, ਰੱਬ ਮਿਲ ਜਾਏਗਾ। ਕਿਸੇ ਨੇ ਅਨੇਕ ਤਰ੍ਹਾਂ ਦੀ ਜਪ ਤਪ ਕਰਨੇ ਸ਼ੁਰੂ ਕਰ ਦਿੱਤੇ, ਪਰ ਗੱਲ ਸਰੀਰਕ ਕਸ਼ਟ ਦੀ ਨਹੀਂ ਸੀ, ਗੱਲ ਤਾਂ ਹਉਮੈ ਨੂੰ ਤਿਆਗਣ ਦੀ, ਵਿਕਾਰਾਂ ਨੂੰ ਤਿਆਗਣ ਦੀ ਸੀ। ਘਰ ਛੱਡਣਾ ਭਾਵੇਂ ਔਖਾ ਹੈ, ਪਰ ਬਹੁਤ ਲੋਕ ਛੱਡੀ ਬੈਠੇ ਨੇ। ਦੁਨੀਆਦਾਰੀ ਕਾਰੋਬਾਰ ਛੱਡਣਾ ਭਾਵੇਂ ਔਖਾ ਹੈ, ਪਰ ਬਹੁਤ ਲੋਕ ਨੇ ਜਿਹੜੇ ਛੱਡੀ ਬੈਠੇ ਨੇ। ਗੱਲ ਘਰ ਪਰਿਵਾਰ ਜਾਂ ਦੁਨੀਆਦਾਰੀ ਛੱਡਣ ਦੀ ਨਹੀਂ ਸੀ, ਗੱਲ ਤਾਂ ਹਉਮੈ ਤਿਆਗਣ ਦੀ ਸੀ। ਗੁਰਬਾਣੀ ਕਹਿੰਦੀ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਿਸ ਭਾਗੋ। ਜੇ ਜ਼ਿੰਦਗੀ ਅੰਦਰ ਤੁਸੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਜੁੜਨਾ ਹੈ ਤੇ ਸਭ ਤੋਂ ਪਹਿਲਾਂ ਅਹੰਕਾਰ ਛੱਡੋ, ਵਿਕਾਰਾਂ ਤੋਂ ਉੱਚੇ ਉਠੋ, ਆਪਣੇ ਮਨ ਦੀ ਮਤ ਨੂੰ ਮਾਰ ਲਓ। ਗੁਰਬਾਣੀ ਕਹਿੰਦੀ ਆਪ ਗਵਾਈਏ ਤਾਂ ਸੌ ਪਾਈਏ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਗਵਾਓ, ਆਪਣੇ ਆਪ ਨੂੰ ਮਿਟੋ, ਤਾਂ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਮਿਲੇਗੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਆਪਣੇ ਗੁਰ ਪੂਰੈ ਬਲਿਹਾਰੈ, ਵੀ ਮੈਂ ਆਪਣੇ ਪੂਰੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਕਿਉਂਕਿ ਪੂਰੇ ਗੁਰੂ ਨੇ ਕਿਰਪਾ ਕੀਤੀ। ਪ੍ਰਗਟ ਪ੍ਰਤਾਪ ਕੀਓ ਨਾਮ ਕੋ, ਰਾਖੇ ਰਾਖਨ ਹਾਰੈ। ਗੁਰੂ ਨੇ ਨਾਮ ਦਾ ਪ੍ਰਤਾਪ ਪ੍ਰਗਟ ਕਰ ਦਿੱਤਾ, ਨਾਮ ਦੀ ਵਡਿਆਈ ਪ੍ਰਗਟ ਕਰ ਦਿੱਤੀ। ਗੁਰੂ ਕੇਵਲ ਨਾਮ ਨਾਲ ਜੋੜਦਾ ਹੈ। ਜਿਸ ਮਨੁੱਖ ਦੀ ਨਾਮ ਨਾਲ ਸਾਂਝ ਪੈ ਜਾਏ, ਸਭ ਕੁਝ ਉਹਦਾ ਬਣ ਜਾਂਦਾ ਹੈ, ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਜੀ 'ਚ ਬਚਨ ਕੇ ਖੇਮ ਸ਼ਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ।
ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣਦਾ ਹੈ, ਜਿਹੜਾ ਨਾਮ ਨਾਲ ਜੁੜਦਾ ਹੈ। ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹ ਨਾਨਕ ਜਿਹੜਾ ਗੁਰੂ ਦੇ ਬਚਨਾਂ ਨੂੰ, ਵਾਹਿਗੁਰੂ ਜੀ ਦੇ ਨਾਮ ਨੂੰ ਸੁਣਦਾ ਹੈ, ਇਹ ਫਲ ਤਿਸ ਜਨ ਕੇ ਮੁਖ ਬਨੇ। ਇਹ ਫਲ ਉਸ ਮਨੁੱਖ ਨੂੰ ਮਿਲ ਜਾਂਦੇ ਨੇ ਜਿਹੜਾ ਮੁਖ ਤੋਂ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰਦਾ ਹੈ। ਕਿਹੜੇ ਫਲ? ਖੇਮ, ਸ਼ਾਂਤ, ਰਿੱਧ, ਨਵ ਨਿੱਧ। ਖੇਮ ਦਾ ਅਰਥ ਹੁੰਦਾ ਕੁਸ਼ਲਤਾ, ਜਿਹਨੂੰ ਆਪਾਂ ਕਹਿੰਦੇ ਹਾਂ। ਜ਼ਿੰਦਗੀ 'ਚ ਕੁਸ਼ਲਤਾ, ਖੇੜਾ ਮਿਲੇਗਾ, ਮਨ ਦੀ ਸ਼ਾਂਤੀ ਮਿਲੇਗੀ, ਰਿੱਧੀਆਂ ਬਰਕਤਾਂ ਮਿਲਣਗੀਆਂ। 9 ਖਜ਼ਾਨੇ ਮੰਨੇ ਨੇ, 9 ਨਿਧੀਆਂ ਮੰਨੀਆਂ ਨੇ ਸੰਸਾਰ ਦੇ ਲੋਕਾਂ ਨੇ। ਗੁਰਬਾਣੀ ਕਹਿੰਦੀ 9 ਨਿਧੀਆਂ ਤੇ ਮਗਰ ਮਗਰ ਤੁਰੀਆਂ ਫਿਰਦੀਆਂ ਉਸ ਮਨੁੱਖ ਦੇ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਏ। 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਇਹ ਰਿਧੀਆਂ ਸਿੱਧੀਆਂ ਮਨੁੱਖ ਦੇ ਮਗਰ ਮਗਰ ਲੱਗੀਆਂ ਫਿਰਦੀਆਂ ਨੇ, ਜਿਹੜਾ ਨਾਮ ਨਾਲ ਜੁੜ ਜਾਏ। ਪਰ ਨਾਮ ਨਾਲ ਜੁੜਨ ਦੇ ਵਾਲੇ ਪਾਸੇ ਬਹੁਤ ਘੱਟ ਪ੍ਰਾਣੀ ਜਾਂਦੇ ਨੇ। ਜ਼ਿਆਦਾ ਤਾਂ ਕਹਿੰਦੇ ਕੋਈ ਮੰਤਰ ਸੰਤਰ ਮਿਲ ਜਾਏ, ਕਿਤੇ ਨਹਾਤੇ ਧੋਤਿਆਂ ਗੱਲ ਬਣ ਜਾਏ, ਇਹ ਸੌਖਾ ਕੰਮ ਹੈ ਨਾ। ਨਾਮ ਨਾਲ ਜੁੜਨ ਦਾ ਅਰਥ ਹੈ ਆਪਣੇ ਅੰਦਰੋਂ ਅਹੰਕਾਰ ਨੂੰ ਮੇਟਣਾ। ਜਿੱਥੇ ਨਾਮ ਹੋਏਗਾ ਉੱਥੇ ਹੰਕਾਰ ਨਹੀਂ ਹੋਵੇਗਾ, ਜਿੱਥੇ ਹੰਕਾਰ ਹੋਏਗਾ ਉੱਥੇ ਨਾਮ ਨਹੀਂ ਹੋਏਗਾ। ਦੁਨੀਆ ਦੇ ਅੰਦਰ ਸਭ ਤੋਂ ਔਖਾ ਕੰਮ ਹੈ ਮਨ ਦੀ ਮਤ ਵੱਲੋਂ ਮਰਨਾ। ਸਰੀਰਕ ਤੌਰ ਤੇ ਮਰਨਾ ਅਸੀਂ ਔਖਾ ਗਿਣਦੇ ਹਾਂ, ਪਰ ਬਹੁਤ ਲੋਕ ਨੇ ਜਿਹੜੇ ਆਤਮਘਾਤ ਕਰੀ ਜਾਂਦੇ ਨੇ। ਬਹੁਤ ਲੋਕ ਨੇ ਜਿਹੜੇ ਕੋਈ ਮੁਲਕ ਦੀ ਖਾਤਰ, ਕੋਈ ਦੇਸ਼ ਦੀ ਖਾਤਰ, ਕੋਈ ਦੂਜਿਆਂ ਦੀ ਖਾਤਰ ਜਾਂ ਕਿਵੇਂ ਲੜਾਈਆਂ ਝਗੜਿਆਂ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਨੇ, ਮਰ ਜਾਂਦੇ ਨੇ। ਬਹੁਤ ਲੋਕ ਨੇ। ਸਰੀਰਕ ਤੌਰ ਤੇ ਮਰਨਾ ਔਖਾ ਹੈ, ਪਰ ਬਹੁਤ ਲੋਕ ਨੇ ਜਿਹੜੇ ਕਿਸੇ ਆਦਰਸ਼ ਦੀ ਖਾਤਰ ਜਾਂ ਜ਼ਿੰਦਗੀ 'ਚ ਨਿਰਾਸ਼ ਹੋ ਕੇ ਜਾਂ ਜ਼ਿੰਦਗੀ 'ਚ ਲੜਾਈ ਝਗੜਿਆਂ 'ਚ ਪੈ ਕੇ ਆਪਣੇ ਸਰੀਰ ਨੂੰ ਖਤਮ ਕਰ ਦਿੰਦੇ ਨੇ। ਲੇਕਿਨ ਸਭ ਤੋਂ ਔਖਾ ਹੈ ਮਨ ਦੀ ਮਤ ਵੱਲੋਂ ਮਰਨਾ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਦੀਦਾਰ ਕਰਨੇ, ਮਨ ਦੀ ਮਤ ਤਿਆਗ ਦਿਓ। ਮਨ ਕੀ ਮਤ ਤਿਆਗੋ, ਹਰ ਜਨ ਹੁਕਮ ਬੂਝ ਸੁਖ ਪਾਈਏ ਰੇ। ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਓ ਜੀਓ। ਇਉਂ ਭਾਵੇਂ ਹਰ ਦਰਸਾਵੜਾ ਨੇ ਲੱਗੇ ਥੱਥੀ ਵਾਓ ਜੀਓ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੇ ਦਰ ਤੇ ਆ ਕੇ ਮਨ ਦੀ ਮਤ ਨੂੰ ਮੇਟ ਕੇ ਪ੍ਰਮਾਤਮਾ ਦੇ ਪਿਆਰ ਜੁੜਦਾ, ਉਹਨੂੰ ਖੇਮ, ਸ਼ਾਂਤ, ਰਿੱਧ, ਨਵ ਨਿੱਧ, ਉਹਨੂੰ ਬਰਕਤਾਂ, ਰਿੱਧ ਮਿਲਣਾ, ਬਰਕਤਾਂ ਮਿਲਦੀਆਂ ਨੇ। ਨਵ ਨਿੱਧ 9 ਖਜ਼ਾਨੇ ਮਿਲ ਜਾਂਦੇ ਨੇ। 9 ਖਜ਼ਾਨੇ ਉਹਦੇ ਕੋਲ ਹਮੇਸ਼ਾ ਹਾਜ਼ਰ ਰਹਿੰਦੇ ਨੇ। ਬੁੱਧ ਗਿਆਨ ਸਰਬ ਤੈ ਸਿੱਧ, ਉਸ ਮਨੁੱਖ ਨੂੰ ਉੱਚੀ ਬੁੱਧੀ ਮਿਲ ਜਾਂਦੀ ਹੈ, ਉਸ ਮਨੁੱਖ ਨੂੰ ਗਿਆਨ ਮਿਲ ਜਾਂਦਾ ਹੈ। ਸਰਬ ਤੈ ਸਿੱਧ ਦਾ ਅਰਥ ਹੈ ਕਿ ਉਹਦੀ ਜ਼ਿੰਦਗੀ ਦੇ ਸਾਰੇ ਕਾਰਜ ਹੀ ਰਾਸ ਹੋ ਜਾਂਦੇ ਨੇ, ਹਰ ਕੰਮ 'ਚ ਉਹਨੂੰ ਸਫਲਤਾ ਮਿਲਦੀ ਹੈ। ਵਿਦਿਆ, ਤਪ, ਜੋਗ, ਪ੍ਰਭ ਧਿਆਨ। ਦੁਨੀਆ ਸਕੂਲਾਂ ਕਾਲਜਾਂ ਜਾ ਕੇ ਵਿਦਿਆ ਪ੍ਰਾਪਤ ਕਰਦੀ ਹੈ, ਚੰਗੀ ਗੱਲ ਹੈ, ਕਰਨੀ ਚਾਹੀਦੀ ਹੈ। ਪਰ ਬਹੁਤ ਸਾਰੇ ਉਹ ਲੋਕ ਹੋਏ ਨੇ ਜਿਹੜੇ ਸਕੂਲਾਂ ਕਾਲਜਾਂ 'ਚ ਨਹੀਂ ਗਏ, ਪਰ ਉਹਨਾਂ ਨੇ ਮਨੁੱਖਤਾ ਨੂੰ ਬਹੁਤ ਨਵੀਆਂ ਚੀਜ਼ਾਂ ਦਿੱਤੀਆਂ। ਉਹਨਾਂ ਨੇ ਬੜੇ ਮਾਰ ਕੇ ਮਾਰੇ ਧਰਤੀ ਦੇ ਉੱਪਰ। ਇਹ ਵਿਦਿਆ ਦਾ, ਗਿਆਨ ਦਾ ਸੰਬੰਧ ਸਕੂਲ ਕਾਲਜ ਨਾਲ ਨਹੀਂ ਹੈ। ਸਕੂਲ ਕਾਲ ਸਾਡੇ ਅੰਦਰੋਂ ਗਿਆਨ ਪ੍ਰਗਟ ਕਰਨ ਦਾ ਸਾਨੂੰ ਰਸਤਾ ਦਰਸਾਉਂਦੇ ਨੇ, ਪਰ ਕਈਆਂ ਤੇ ਬਖਸ਼ਿਸ਼ ਹੋ ਜਾਂਦੀ ਹੈ। ਬੜੀਆਂ ਉਦਾਹਰਣਾਂ ਨੇ, ਭਾਵੇਂ ਰਾਜਨੀਤੀ ਦੀ ਦੁਨੀਆ 'ਚ ਨਜ਼ਰ ਮਾਰ ਲਓ, ਧਰਮ ਦੀ ਦੁਨੀਆ 'ਚ ਨਜ਼ਰ ਮਾਰ ਲਓ। ਬਹੁਤ ਸਾਰੇ ਉਹ ਲੋਕ ਨੇ ਜਿਹੜੇ ਕੁਝ ਸਕੂਲਾਂ ਕਾਲਜਾਂ 'ਚ ਨਹੀਂ ਗਏ, ਲੇਕਿਨ ਉਹ ਕਾਮਯਾਬ, ਬਹੁਤ ਕਾਮਯਾਬ ਹੋਏ ਧਰਤੀ ਤੇ। ਅਕਬਰ ਕਿਸੇ ਸਕੂਲ 'ਚ ਨਹੀਂ ਸੀ ਪੜ੍ਹਿਆ, ਇੱਕ ਸਫਲ ਸ਼ਾਸਕ ਸੀ ਉਹ। ਉਹਦੇ ਸਮੇਂ ਦੇ ਵਿੱਚ ਮੁਗਲੀਆ ਸਾਮਰਾਜ ਇੱਕ ਬਹੁਤ ਵੱਡਾ ਸਾਮਰਾਜ ਬਣ ਗਿਆ। ਮਹਾਰਾਜਾ ਰਣਜੀਤ ਸਿੰਘ ਕਿਤੇ ਸਕੂਲ 'ਚ ਨਹੀਂ ਸੀ ਪੜ੍ਹਿਆ, ਪਰ ਉਹਨੇ ਇੱਕ ਬੜਾ ਤਗੜਾ ਇੱਕ ਆਜ਼ਾਦ ਰਾਜ ਕਾਇਮ ਕਰ ਦਿੱਤਾ। ਔਰ ਤਿੱਬਤ ਤੋਂ ਲੈ ਕੇ ਈਰਾਨ ਦੇ ਬਾਰਡਰ ਤੱਕ ਜਿਹਦੀਆਂ ਹੱਦਾਂ ਲੱਗਦੀਆਂ ਸਨ, ਸਤਲੁਜ ਤੋਂ ਲੈ ਕੇ ਅਫਗਾਨਿਸਤਾਨ ਤੱਕ ਜਿਹਦੀਆਂ ਹੱਦਾਂ ਲੱਗਦੀਆਂ ਸਨ, ਐਡਾ ਵੱਡਾ ਇੱਕ ਰਾਜ ਭਾਗ ਕਾਇਮ ਕਰ ਲਿਆ। ਔਰ ਬ੍ਰਿਟਿਸ਼ ਗੌਰਮੈਂਟ ਜਿਹਦੀ ਨੀਤੀ ਤੋਂ ਡਰਦੀ ਸੀ। ਸਕੂਲਾਂ 'ਚ ਜਾਣਾ ਜ਼ਰੂਰੀ ਹੈ, ਪਰ ਜ਼ਰੂਰੀ ਨਹੀਂ ਸਕੂਲਾਂ 'ਚ ਗਏ ਸਾਰੇ ਸਿਆਣੇ ਹੀ ਹੋਣ। ਬਹੁਤੇ ਲੋਕ ਤਾਂ ਸਕੂਲਾਂ 'ਚ ਖੇਰਾ ਫੇਰੀਆਂ ਦੀਆਂ ਸਿੱਖਣ ਲਈ ਜਾਂਦੇ ਨੇ ਕਿ ਆਪਾਂ ਐਂ ਚਲਾਕ ਸਿਆਣੇ ਸੂਣੇ ਬਣ ਕੇ ਮਾਇਆ ਮੋਇਆ ਕਿਵੇਂ ਕਮਾਉਣੀ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ, ਬੁੱਧ ਗਿਆਨ ਸਰਬ ਤੈ ਸਿੱਧ, ਉਸ ਮਨੁੱਖ ਨੂੰ ਬੁੱਧੀ ਮਿਲਦੀ ਹੈ, ਉਸ ਮਨੁੱਖ ਨੂੰ ਗਿਆਨ ਮਿਲਦਾ ਹੈ। ਉਹਦੀ ਜ਼ਿੰਦਗੀ ਦੀਆਂ ਸਾਰੀਆਂ ਸਿੱਧੀਆਂ ਸਫਲਤਾਵਾਂ ਉਹਨੂੰ ਮਿਲ ਜਾਂਦੀਆਂ ਨੇ। ਔਰ ਵਿਦਿਆ, ਤਪ, ਜੋਗ, ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ, ਉਹਨੂੰ ਵਿਦਿਆ ਮਿਲਦੀ ਹੈ। ਆ ਦੁਨੀਆ ਤਪ ਕਰਦੀ ਹੈ, ਜੋਗ ਕਰਦੀ ਹੈ ਧਿਆਨ ਜੋੜਨ ਦੇ ਲਈ। ਪਰਮਾਤਮਾ ਦੇ ਨਾਮ ਨਾਲ ਜੁੜਿਆ ਉਦਾਂ ਹੀ ਧਿਆਨ ਜੁੜ ਜਾਂਦਾ ਹੈ। ਪਰਮਾਤਮਾ ਦੀ ਪਿਆਰ ਜੁੜਨ ਦੇ ਲਈ ਕੋਈ ਸਮਾਧੀਆਂ ਲਾਉਣ ਦੀ ਲੋੜ ਨਹੀਂ, ਕੋਈ ਪੁੱਠੇ ਸਿੱਧੇ ਆਸਨ ਕਰਨ ਦੀ ਲੋੜ ਨਹੀਂ,
जिवें असीं भी देखा देखी करने शुरू करते कि इत्थे ध्यान धरो, ऐदां जपो। गुरबाणी कहंदी परमात्मा नाल प्यार पा लो, अपने आप ही सब कुछ मिल जाएगा, जुगत आ जाएगी। तुहाडी जदों खिच बनेगी रस्ते आपे मिलते जाणगे। बच्चा हुंदा छोटा जिहा, बच्चे नूं कोई दसदा है कि तू दुध किवें पीना है, अपने आप ही उहनूं भुख लगदी ते जाच आ जांदी है। जदों साडे अंदर भुख लगेगी परमात्मा दे नाम दी, गुरु के ज्ञान राहीं साडे अंदर भुख पैदा होएगी, फिर अपने आप ही ध्यान लग जाएगा, अपने आप ही सुरत जुड़ जाएगी। सुरत जोड़न दे लई कोई किसी पासों ट्रेनिंग नहीं लैनी पेगी। विद्या तप जोग प्रभ ध्यान ज्ञान श्रेष्ठ उत्तम इशनान। सतगुरु जी कहते हैं ज्ञान की प्राप्ति मिलेगी, सब तो श्रेष्ठ ज्ञान मिल जाएगा, सब तो उत्तम इशनान। दुनिया सोचती कि तीर्थां ते नहातियां रब मिल जाएगा, तीर्थां ते बहुत लोग जाते ने, भीड़ां लगियां पईयां ने, और कई इस करके सोचते कि नहातियां रब मिलता है। नहाउणा तो शरीरक तंदुरुस्ती का सबजैक्ट सी, शरीर की सफाई लिए रोज़ इशनान करना बहुत जरूरी है, लेकिन बंदियां ने सोचा कि नहाउणा धर्म है। नहाउण वाले नूं कहणगे ये बड़ा धर्मी बंदा है, बड़ा संत बंदा है, बड़ा ज्ञानी बंदा है, रोज़ ही नहाउंदा है। नहाउण नाल ज्ञान का कोई संबंध नहीं है, नहाउण नाल धर्म का कोई बहुता संबंध नहीं। नहाउण का संबंध शरीर दे नाल है। शरीरक तौर पर तंदुरुस्त रहना बड़ा जरूरी है, उहदे लई सफाई बड़ी जरूरी है, उहदे लई इशनान बड़ा जरूरी है। लेकिन जिहड़े लोग इस करके इशनान करते हैं और कई कई तीर्थां ते जाते हैं, कई तो कहते मैं इन्नियां टुबियां मारियां, इन्नी वारी गया, इन्ने थावां ते गया, इन्ने सरोवरां ते गया, इन्ने दरियावां ते गया, ठाठां तीर्थां ते गया। सतगुरु जी कहते जिहड़ा परमात्मा दे प्यार जुड़ गया ना, उत्तम इशनान, वो जिंदगी च सब तो महान इशनान वो करदा है। और इत्थे बस नहीं, यह फल तिस जन के मुख भने, गुरु नानक नाम बचन मन सुने। सतगुरु जी कहते ये फल, किन्ने फल सतगुरु जी ने एक पौड़ी च दसे ने, बाकी जिहड़ी गुरबाणी च अनंत ने। सो सतगुरु साहब जी कहते जिहड़ा गुरु के बचनां नूं सुन के परमात्मा दे प्यार च जुड़दा है, उन्होंने ये फल मिल जाते हैं। वो ज्ञानवान बन जाता है, उन्होंने कुशलता मिल जाती है, उन्होंने उत्तम इशनान मिल जाता है, उन्होंने ज्ञान प्राप्ति हो जाती है, उसका ध्यान लग जाता है, उन्होंने रिधियां सिद्धियां नौ निधियां बरकतां कामयाबियां मिल जांदियां ने। जिंदगी के अंदर वो महान बन जाता है जिहड़ा गुरु के बचन राहीं परमात्मा के प्यार में जुड़ता है। तो सतगुरु साहिब श्री गुरु अर्जन देव जी महाराज कहते ने, मैं अपने गुरु तो बलिहार कुर्बान, जिस गुरु ने मैनू नाम की वडियाई दसी है। बहुत तो यही कहते हैं, इन्ने थां ते मत्था टेक लो, इन्ने दिन नंगे पैरी चल जाओ, इन्ने दिन ए यात्रा कर लो, इन्ने दिन आ दान पुण्य कर दिओ, वीरवार नूं ए कर लो, मंगलवार नूं ए कर लो, बुधवार नूं ए कर लो। धर्म के नां ते बड़े जंजाल बनाए ने लोगों ने। धर्म बंधनां नूं कटदा है, पर लोगों के लिए तो धर्म ही बंधन बन गया। धर्म के बंधनां च फस के डरी जाता बंदा, ए काम इस दिन ना कीता तो यह हो जाएगा, यह काम उत्थे जाके ना किया यह हो जाएगा। ये बंधन तैयार कर ले। देखो बंधन बंधन ने, भावें वो लोहे दे होण ते भावें सोने दे होण, बंधन ते बंधन ने। कोई बंदा दुनियावी बंधना च पिया है वो बंधन है, तो कोई धार्मिक बंधना च पै गया वो भी तो बंधन ही ने। धर्म ने तो सुतंत्रता देनी सी, धर्म ने तो मनुख की सोच नूं आज़ादी देनी सी परमात्मा च प्रवाज भरन दे लई, पर मनुख तो संगलां च बज गया। इस करके सतगुरु साहब जी कहते हैं, गुरु ने मैनू नाम की वडियाई दसी कि नाम की वडियाई की है, नाम कितना महान है। गुरु ग्रंथ साहब जी की पवित्र बाणी का एक एक शब्द नाम की महिमा गायन करता है। नाम कितना महान है। गुरु के बचन आप पढ़ते, ऐसो सहाई हर को नाम। वाहिगुरु जी का नाम इवें मददगार बनता है, इन्ना महान है। जैसे बूढ़त को जैसे बेड़ी मिलत, बूझ दिवक मिल तिलत, जलत अग्नि मिलत नीर, जैसे बारक मुख है खीर। जिमें कोई बंदा डुबदा होए ना, उदाहरण दे दे के समझाया है। कोई बंदा डुब रहा है, उन्होंने अचनचेत बेड़ी मिल जाए। असी दुखां दे समुद्र च, विकारां दे समुद्र च डुब रहे होइए, गोते खा रहे होइए, गरक जाते होइए, वाहिगुरु जी के नाम सुर जुड़ जाए ना, जिमें कोई जहाज ते बैठ जाता है। बूढ़त कहो जैसे बेड़ी मिलत, बूझ दीपक मिलत तिलत। दीवे बालिया करते सा पहला आपां घरां च, उहदे च तेल पाया जांदा सी। बलदे बलदे जो तेल मुकना शुरू होना तो दीवे की जिहड़ी लाइट है वो मध्यम पैनी शुरू हो जाती सी। जे वेले सिर तेल ना पाओ तो दीवा बुझ भी जाता सी। जदों लाइट थोड़ी जी धीमी हुई, उहदे च तेल पा दिओ, फिर लट लट के बलना शुरू कर दिंदा है।
ਜਿਵੇਂ ਬੂਝ ਦਿਵਕ ਮਿਲਤ ਤਿਲਤ, ਬੁਝਦੇ ਹੋਏ ਦੀਵੇ ਨੂੰ ਤੇਲ ਮਿਲ ਜਾਏ ਫਿਰ ਉਹਦੀ ਉੱਚੀ ਲਾਟ ਉੱਠਦੀ ਹੈ, ਬਲਦਾ ਹੈ। ਮਨੁੱਖ ਜ਼ਿੰਦਗੀ ਅੰਦਰ ਨਿਰਾਸ਼ ਹੋ ਰਿਹਾ ਹੋਏ, ਉਹਦੀ ਜ਼ਿੰਦਗੀ ਦੀ ਜੋਤ ਬੁਝ ਰਹੀ ਹੋਏ, ਉਦਾਸ ਹੋ ਰਿਹਾ ਹੋਵੇ, ਪਰ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਜਾਏ, ਉਹਦੇ ਅੰਦਰ ਜੀਵਨ ਦੀ ਧਾਰਾ ਫਿਰ ਸ਼ੁਰੂ ਹੋ ਜਾਏਗੀ, ਚਾਹ ਜ਼ਿੰਦਗੀ ਦਾ ਆਨੰਦ ਸ਼ੁਰੂ ਹੋ ਜਾਏਗਾ। ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖੇ ਖੀਰ। ਅੱਗ ਬਲਦੀ ਤੇ ਪਾਣੀ ਪਾ ਦਿਓ, ਅੱਗ ਸ਼ਾਂਤ ਹੋ ਜਾਂਦੀ ਹੈ। ਬੱਚਾ ਰੋ ਰਿਹਾ ਹੈ, ਤੁਸੀਂ ਉਹਨੂੰ ਜਿਵੇਂ ਮਰਜ਼ੀ ਚੁੱਪ ਕਰਾਉਣ ਦਾ ਯਤਨ ਕਰੋ, ਖਾਣ ਲਈ ਦਿਓ, ਖਿਡੌਣੇ ਦਿਓ, ਬੱਚਾ ਕਿਸੇ ਚੀਜ਼ ਨਾਲ ਪ੍ਰਸੰਨ ਨਹੀਂ ਹੋਏਗਾ। ਮਾਂ ਚੁੱਕ ਕੇ ਉਹਨੂੰ ਦੁੱਧ ਪਿਆ ਦੇ, ਝਟ ਚੁੱਪ ਕਰ ਜਾਏਗਾ। ਗੁਰਬਾਣੀ ਕਹਿੰਦੀ ਪਰਮਾਤਮਾ ਦੇ ਨਾਮ ਦੀ ਏਡੀ ਵੱਡੀ ਵਡਿਆਈ ਹੈ। ਇੱਥੇ ਬਸ ਨਹੀਂ, ਜੈਸੇ ਆਂਡੋ ਚੱਕੀ ਦਰਾਹੇ, ਜੈਸੇ ਆਂਡੋ ਹਿਰਦੇ ਮਾਹੇ, ਸਿੰਘ ਸਰਣੀ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਚੱਕੀ ਦੇ ਵਿੱਚ ਦਾਣੇ ਪਾਉਨੇ ਆ ਨਾ, ਤੇ ਜਿਹੜੇ ਦਾਣੇ ਕਿਲੀ ਨਾਲ ਜੁੜ ਜਾਂਦੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ। ਇਹ ਦੁਨੀਆ 'ਚ ਵੀ ਦੁੱਖਾਂ ਸੁੱਖਾਂ ਦੀ ਚੱਕੀ ਚੱਲ ਰਹੀ ਹੈ, ਪਰ ਜਿਹੜਾ ਵਾਹਿਗੁਰੂ ਜੀ ਦੇ ਪਿਆਰ ਜੁੜ ਗਿਆ ਉਹਨੂੰ ਕੋਈ ਖਤਰਾ ਨਹੀਂ ਹੈ। ਜਿਵੇਂ ਆਂਡਾ ਹੁੰਦਾ ਹੈ ਮੁਰਗੀ ਦੇ ਪੇਟ 'ਚ, ਉਹਨੂੰ ਕੋਈ ਖਤਰਾ ਨਹੀਂ, ਬਾਹਰ ਆਇਆ ਤੇ ਉਹਨੂੰ ਕਈ ਖਤਰੇ ਨੇ। ਇਸ ਕਰਕੇ ਸਾਹਿਬ ਜੀ ਕਹਿੰਦੇ ਬਹੁਤ ਉਪਮਾ ਥੋਰ ਕਈ, ਵਾਹਿਗੁਰੂ ਜੀ ਦੇ ਨਾਮ ਦੀ ਤੇ ਉਪਮਾ ਹੀ ਬਤਾਈ ਬੜੀ ਹੈ। ਜੈਸੇ ਰਣ ਮੈਂ ਸਖਾ ਭਰਾ, ਜੈਸੇ ਭੂਖੇ ਭੋਜਨ ਮਾਤ। ਮੈਦਾਨੇ ਜੰਗ 'ਚ ਬੰਦਾ ਕੱਲਾ ਘਿਰ ਜਾਏ, ਅਚਨਚੇਤ ਉਹਨੂੰ ਆਪਣਾ ਭਰਾ ਨਜ਼ਰ ਆ ਜਾਏ, ਕਿੰਨਾ ਹੌਸਲਾ ਮਿਲਦਾ ਹੈ, ਫਿਰ ਦਲੇਰ ਹੋ ਜਾਂਦਾ ਹੈ। ਬਸ ਵਾਹਿਗੁਰੂ ਜੀ ਦਾ ਨਾਮ ਸਾਡਾ ਭਰਾ ਹੈ, ਵਾਹਿਗੁਰੂ ਜੀ ਦਾ ਨਾਮ ਸਾਡੇ ਲਈ ਬੇੜੀ ਹੈ, ਵਾਹਿਗੁਰੂ ਜੀ ਦਾ ਨਾਮ ਸਾਡੀ ਬੁਝਦਲੀ ਜੋਤ ਲਈ ਦੀਵਾ ਹੈ, ਵਾਹਿਗੁਰੂ ਜੀ ਦਾ ਨਾਮ ਸਾਡੇ ਅੰਦਰ ਬਲਦੀ ਹੋਈ ਵਿਕਾਰਾਂ ਦੀ ਅੱਗ ਦੇ ਲਈ ਪਾਣੀ ਦੀ ਨਿਆਈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਪਰਮਾਤਮਾ ਦਾ ਨਾਮ, ਇਹਦੀ ਵਡਿਆਈ ਜਿਸ ਗੁਰੂ ਨੇ ਪ੍ਰਗਟ ਕੀਤੀ ਦੱਸੀ, ਮੈਂ ਉਸ ਗੁਰੂ ਤੋਂ ਕੁਰਬਾਨ ਹਾਂ। ਬਹੁਤ ਨੇ ਜਿਹੜੇ ਭਰਮ ਭੁਲੇਖਿਆਂ 'ਚ ਪਾਉਣ ਵਾਲੇ ਨੇ, ਇੱਧਰ ਉੱਧਰ ਦੇ ਅਨੇਕ ਤਰ੍ਹਾਂ ਦੇ ਕਰਮ ਕਾਂਡਾਂ 'ਚ ਪਾਉਣ ਵਾਲੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਕੇਵਲ ਨਾਮ ਦੀ ਗੱਲ ਕਰਦੀ ਹੈ, ਪਰ ਹੈਰਾਨੀ ਤੇ ਇਹ ਹੈ ਕਿ ਬਾਣੀ ਦੇ ਨਾਂ ਤੇ ਵੀ ਕਰਮਕਾਂਡ ਪੈਦਾ ਕਰਨ ਵਾਲੇ ਬੜੇ ਖੜੇ ਹੋ ਗਏ। ਆ ਬਾਜ਼ਾਰਾਂ 'ਚ ਦੇਖੋਗੇ ਨਾ, ਦੁੱਖ ਭੰਜੇ ਨਹੀਂ ਗੁਟਕਾ, ਇਹ ਸ਼ਬਦ ਪੜ੍ਹੋ ਜੀ ਤੁਸੀਂ ਫਲਾਣੇ ਨੂੰ ਵਸ ਕਰ ਲਓਗੇ, ਇਹ ਸ਼ਬਦ ਪੜ੍ਹੋ ਜੀ ਤੁਹਾਡਾ ਆਹ ਕਾਰਜ ਰਾਸ ਹੋ ਜਾਏਗਾ, ਇਹ ਸ਼ਬਦ ਪੜ੍ਹੋ ਜੀ ਤੁਹਾਡੀਆਂ ਕਾਮਨਾ ਪੂਰੀਆਂ ਹੋ ਜਾਣਗੀਆਂ। ਕਿ ਬਾਕੀ ਸ਼ਬਦ ਜਿਹੜੇ ਉਹ ਕਾਮਨਾ ਨਹੀਂ ਪੂਰੀਆਂ ਕਰਦੇ। ਇਹ ਸਿਰਫ ਤਾਂ ਸਿਰਫ ਲੋਕਾਂ ਨੂੰ ਲੁੱਟਣ ਦੇ ਲਈ ਜੰਜਾਲ ਬਣਾਏ ਜਾਂਦੇ ਨੇ, ਔਰ ਬੜੇ ਦੇਖਣ ਨੂੰ ਸਾਨੂੰ ਉਹ ਧਾਰਮਿਕ ਲੋਕ ਲੱਗਦੇ ਨੇ ਜਿਹੜੇ ਕਹਿੰਦੇ ਨੇ ਇਹ ਪਾਠ ਕਰੋ, ਇਹ ਸ਼ਬਦ ਪੜ੍ਹੋ। ਸਾਨੂੰ ਦੇਖਣ ਨੂੰ ਧਾਰਮਿਕ ਲੱਗਦੇ, ਪਰ ਉਹ ਵਪਾਰੀ ਨੇ। ਧਰਮ ਦੀ ਦੁਨੀਆ 'ਚ ਵਪਾਰ ਕਰਨਾ ਸੌਖਾ ਹੈ, ਜਿਹੜੇ ਬਾਹਰਲੇ ਵਪਾਰ 'ਚ ਫੇਲ ਹੋ ਜਾਂਦੇ ਨੇ ਉਹ ਫਿਰ ਧਰਮ ਦੀ ਦੁਨੀਆ 'ਚ ਆ ਕੇ ਵਪਾਰ ਕਰਨਾ ਸ਼ੁਰੂ ਕਰ ਦਿੰਦੇ, ਆਪਣੀਆਂ ਦੁਕਾਨਾਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਸਿਰਫ ਦੁਕਾਨਾਂ ਚਲਾਉਣ ਦੇ ਲਈ ਲੋਕਾਂ ਨੂੰ ਭਰਮ ਭੁਲੇਖਿਆਂ 'ਚ ਪਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇੱਕ ਇੱਕ ਸ਼ਬਦ ਮਹਾਨ ਹੈ, ਜਿਹਨੂੰ ਤੁਸੀਂ ਜਿੱਥੋਂ ਵੀ ਪਿਆਰ ਸ਼ਰਧਾ ਨਾਲ ਪੜ੍ਹ ਕੇ ਵਿਚਾਰਨਾ ਸ਼ੁਰੂ ਕਰ ਦਿਓਗੇ, ਜਿਵੇਂ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਹੁੰਦਾ, ਉਹਦੇ ਇੱਕ ਇੱਕ ਛੇਕ ਅੰਦਰ ਮਿਠਾਸ ਹੁੰਦੀ ਹੈ, ਗੁਰਬਾਣੀ ਦੇ ਇੱਕ ਇੱਕ ਬਚਨ ਵਿੱਚ ਮਿਠਾਸ ਭਰੀ ਪਈ, ਜੀਵਨ ਭਰਿਆ ਪਿਆ ਹੈ, ਜ਼ਿੰਦਗੀ ਦੀ ਲੋਹ ਭਰੀ ਪਈ ਹੈ। ਇਸ ਕਰਕੇ ਗੁਰਬਾਣੀ ਨੇ ਕੇਵਲ ਨਾਮ ਦੀ ਗੱਲ ਕਹੀ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸ਼ਬਦ ਪੜ੍ਹੋਗੇ, ਉੱਥੋਂ ਨਾਮ ਦੀ ਮਹਿਮਾ, ਨਾਮ ਨਾਲ ਜੁੜਿਆਂ ਦੀ ਮਹਿਮਾ, ਨਾਮ ਨਾਲ ਜੋੜਨ ਵਾਲੇ ਦੀ ਮਹਿਮਾ ਸਤਿਗੁਰੂ ਜੀ ਨੇ ਬਿਆਨ ਕੀਤੀ ਹੋਏਗੀ। ਇਹ ਗੁਰੂ ਬਾਬਾ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਗੁਰੂ ਨੇ ਕਿਰਪਾ ਕੀਤੀ, ਪ੍ਰਗਟ ਪ੍ਰਤਾਪ ਕੀਓ ਨਾਮ ਕੋ। ਜਿਸ ਗੁਰੂ ਨੇ ਨਾਮ ਦਾ ਪ੍ਰਤਾਪ ਪ੍ਰਗਟ ਕੀਤਾ, ਕਿਉਂਕਿ ਨਾਮ ਦੀ ਗੱਲ ਲੋਕੀ ਭੁੱਲ ਗਏ। ਇਸੇ ਕਰਕੇ ਦੁਨੀਆ ਕਮਲਿਆਂ ਵਾਂਗੂ ਫਿਰ ਰਹੀ, ਬਿਨ ਨਾਮੇ ਜਗ ਕਮਲਾ ਫਿਰੈ। ਗੱਲ ਕੀ ਚੱਲ ਰਹੀ ਸੀ? ਤੀਰਥਾਂ ਦਾ ਇਸ਼ਨਾਨ ਕਰ ਲਓ, ਜਪ ਕਰ ਲਓ, ਤਪ ਕਰ ਲਓ, ਹੱਠ ਕਰ ਲਓ, ਭੁੱਖੇ ਰਹਿ ਲਓ, ਨੰਗੇ ਫਿਰ ਲਓ, ਨੰਗੇ ਪੈਰੀ ਫਿਰ ਲਓ, ਇੰਨੀਆਂ ਯਾਤਰਾ ਕਰ ਲਓ। ਇਹੀ ਕੁਝ ਚੱਲਦਾ ਸੀ ਸਤਿਗੁਰੂ ਜੀ ਤੋਂ ਪਹਿਲਾਂ, ਉਹੀ ਕੁਝ ਅਸੀਂ ਕਰਨਾ ਸ਼ੁਰੂ ਕਰਤਾ। ਫਰਕ ਕੀ ਹੈ? ਜਿਨ੍ਹਾਂ ਕੰਮਾਂ ਤੋਂ ਸਾਡੇ ਸਤਿਗੁਰੂ ਜੀ ਨੇ ਗੁਰਬਾਣੀ 'ਚ ਵਰਜਿਆ, ਆਪਣੇ ਜੀਵਨ ਕਾਲ 'ਚ ਵੀ ਵਰਜਿਆ ਸੀ, ਸਿੱਖ ਉਹ ਕੰਮ ਕਰਕੇ ਬੜੀ ਨਵੀਂ ਜੀ ਗੱਲ ਮਹਿਸੂਸ ਕਰਦਾ। ਲਓ ਜੀ ਫਲਾਣੇ ਥਾਂ ਤੇ 11 ਯਾਤਰਾ ਕਰ ਲਈਆਂ ਸੀ। 11 ਯਾਤਰਾ ਤਾਂ ਕੀਤੀਆਂ, ਕੋਥੋਂ ਸਿੱਖਿਆ ਕੀ ਹੈ ਜਾ ਕੇ? 11 ਯਾਤਰਾ ਕਰਨ ਵਾਲਾ ਤੇ ਬੜਾ ਅਮੀਰ ਹੋਣਾ ਚਾਹੀਦਾ ਸੀ, ਧਾਰਮਿਕ ਪੱਖ ਤੋਂ ਬੜਾ ਉਹ ਰੱਬ ਦੇ ਰੰਗ 'ਚ ਰਤਿਆ ਹੋਣਾ ਚਾਹੀਦਾ ਸੀ, ਪਰ ਉਹਦੇ 'ਚ ਤਾਂ ਹੰਕਾਰ ਭਰ ਗਿਆ। ਕੋਈ ਕਹਿੰਦਾ ਜੀ ਇੰਨੇ ਦਿਨ ਲਗਾਤਾਰ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ, ਤੇ ਬਹੁਤ ਹੀ ਭਾਗਾਂ ਵਾਲੀ ਗੱਲ ਹੈ, ਪਰ ਇੰਨੇ ਦਿਨ ਪਾਠ ਕਰਕੇ ਤੇ ਉਹਦੀ ਜ਼ਿੰਦਗੀ ਬਦਲ ਜਾਣੀ ਚਾਹੀਦੀ ਸੀ। ਜੇ ਫਿਰ ਇਹੀ ਪਾਠ ਕਰਨ ਦਾ ਹੀ ਮਾਣ ਹੈ, ਇਹਦਾ ਮਤਲਬ ਕਿ ਉਹ ਤੇ ਸਿਰਫ ਦਿਖਾਵੇ ਲਈ ਕੀਤਾ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਕਰਮਕਾਂਡਾਂ 'ਚ ਨਹੀਂ ਪਾਇਆ। ਗੁਰਬਾਣੀ ਸਾਡੀ ਅਗਿਆਨਤਾ ਨੂੰ ਕੱਟਦੀ ਹੈ,
ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਕੁਰਬਾਨ, ਜਿਸ ਗੁਰੂ ਨੇ ਨਾਮ ਦੀ ਮਹਿਮਾ ਪ੍ਰਗਟ ਕੀਤੀ ਕਿ ਨਾਮ ਕੀ ਚੀਜ਼ ਹੈ, ਨਾਮ ਦੀ ਵਡਿਆਈ ਕੀ ਹੈ, ਨਾਮ ਨਾਲ ਜੁੜ ਕੇ ਮਿਲਦਾ ਕੀ ਹੈ, ਨਾਮ ਅਸੀਂ ਕਿਉਂ ਜਪਣਾ ਹੈ, ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ। ਔਰ ਨਾਮ ਦੇ ਨਾਲ ਜੁੜਨ ਦੀ ਵਡਿਆਈ ਕੀ ਰਾਖੈ ਰਾਖਨਹਾਰ ਹੈ। ਜਿਹੜਾ ਨਾਮ ਨਾਲ ਜੁੜ ਜਾਏ, ਪਰਮਾਤਮਾ ਦੇ ਨਾਮ ਨਾਲ, ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਏ, ਉਹ ਨਾਮ ਜਿਸ ਨਾਮ ਸਦਕਾ ਸ੍ਰਿਸ਼ਟੀ ਚੱਲ ਰਹੀ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਕੋ ਕੰਨਾਂ 'ਚ ਫੂਕਾਂ ਮਾਰਨ ਵਾਲਾ ਨਾਮ ਨਹੀਂ ਹੈ। ਦੇਖੋ, ਇੱਕ ਸਾਨੂੰ ਗੁਰੂ ਪਾਸੋਂ ਉਪਦੇਸ਼ ਮਿਲਦਾ, ਜਿਹਨੂੰ ਆਪਾਂ ਗੁਰਮੰਤਰ ਕਹਿੰਦੇ, ਗੁਰੂ ਦਾ ਉਪਦੇਸ਼ ਮਿਲਦਾ ਹੈ। ਵਾਹਿਗੁਰੂ ਗੁਰ ਮੰਤਰ ਹੈ ਜਪ ਹੋਵੇਂ ਕੋਈ। ਇਹ ਮੰਤਰ ਆਪੋ ਆਪਣੇ ਮਤ ਅਨੁਸਾਰ ਕੋਈ ਵੀ ਹੋ ਸਕਦਾ ਹੈ, ਪਰ ਜਦੋਂ ਅਸੀਂ ਗੁਰੂ ਕੇ ਉਪਦੇਸ਼ ਦੇ ਅਨੁਸਾਰ ਜ਼ਿੰਦਗੀ ਬਤੀਤ ਕਰਦੇ ਹਾਂ, ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ, ਸਿਮਰਨ ਕਰਦੇ ਹਾਂ, ਇੱਕ ਦਿਨ ਕੀ ਹੁੰਦਾ ਹੈ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੀ ਸਮਾਏ। ਵਾਹਿਗੁਰੂ ਜੀ ਦਾ ਸਿਮਰਨ ਕੀਤੇ ਸਾਡੇ ਅੰਦਰੋਂ ਮੈਲ ਮਿਟਦੀ ਹੈ, ਤੇ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਸਾਡੇ ਅੰਦਰ ਫਿਰ ਸਮਾ ਜਾਂਦਾ, ਪ੍ਰਗਟ ਹੋ ਜਾਂਦਾ। ਹੈਗਾ ਤੇ ਸਾਡੇ ਅੰਦਰ ਹੀ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਸਾਡੇ ਅੰਦਰ ਪ੍ਰਗਟ ਹੋ ਜਾਂਦਾ ਹੈ, ਸਾਡੀ ਸੁਰਤ ਦੇ ਵਿੱਚ ਸਮਾ ਜਾਂਦੀ। ਜਿਹੜਾ ਅੰਦਰ ਸਾਡੇ ਨਾਮ ਹੈ, ਸਾਡੀ ਸੁਰਤ ਦੇ ਵਿੱਚ ਲਿਵਲੀਨ ਹੋ ਜਾਂਦੀ ਹੈ। ਇਸ ਕਰਕੇ ਨਾਮ ਸਾਡੇ ਅੰਦਰ ਹੈ, ਨਾਮ ਜੋ ਸਰਵ ਵਿਆਪਕ ਹੈ, ਨਾਮ ਜਿਹਦੇ ਸਦਕਾ ਅਸੀਂ ਸਾਜੇ ਗਏ ਹਾਂ, ਉਸ ਨਾਮ ਦੀ ਵਡਿਆਈ ਗੁਰੂ ਨੇ ਪ੍ਰਗਟ ਕੀਤੀ। ਜਿਹੜਾ ਉਸ ਨਾਮ ਨਾਲ ਜੁੜਦਾ ਹੈ, ਰਾਖੇ ਰਾਖਨਹਾਰ ਹੈ। ਉਹ ਵਾਹਿਗੁਰੂ ਜੀ ਮਨੁੱਖ ਨੂੰ ਹਰ ਦੁੱਖ ਤੋਂ ਬਚਾਉਣ ਦੇ ਸਮਰੱਥ ਹੈ। ਉਹ ਇਸ ਜਗਤ ਨੂੰ ਸਾਜਣ ਤੇ ਢਾਉਣ ਦੇ ਸਮਰੱਥ ਹੈ। ਰੱਖਣਹਾਰ ਦਾ ਅਰਥ ਕਿ ਜਿਹਦੀ ਸਮਰੱਥਾ ਹੈ ਰੱਖਣ ਦੀ। ਹਰ ਕੋਈ ਨਹੀਂ ਰੱਖ ਸਕਦਾ ਤੁਹਾਨੂੰ, ਦੁੱਖਾਂ ਤੋਂ ਹਰ ਕੋਈ ਨਹੀਂ ਬਚਾ ਸਕਦਾ। ਇਹ ਤੇ ਪ੍ਰਮਾਤਮਾ ਹੈ ਜਿਹਦੀ ਸ਼ਰਨ ਵਿੱਚ ਪੈ ਕੇ ਉਹ ਸਮਰੱਥ ਹੈ ਤੇ ਸਾਨੂੰ ਹਰ ਤਰ੍ਹਾਂ ਦੀ ਬਿਪਤਾ ਤੋਂ ਬਚਾ ਸਕਦਾ ਹੈ। ਗੁਰੂ ਬਾਬਾ ਜੀ ਕਹਿੰਦੇ ਪ੍ਰਮਾਤਮਾ ਇੰਨਾ ਸਮਰੱਥ ਹੈ ਕਿ ਛੀਆਂ ਬਾਜਾਂ ਚਰਗਾਂ ਕੁਈਆਂ ਇੰਨਾ ਖਵਾਲੇ ਘਾਹ, ਘਾਹ ਖਵਾਏ ਤਿਨ ਮਾਸ ਖਵਾਏ, ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਸਗਾਹ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਉਹ ਪ੍ਰਮਾਤਮਾ ਇੰਨਾ ਸਮਰੱਥ ਹੈ। ਛੀਆਂ ਬਾਜਾਂ ਚਰਗਾਂ ਕੁਈਆਂ, ਉਹ ਕਰਨਹਾਰ ਹੈ ਨਾ। ਛੀ ਜਿਹਨੂੰ ਸ਼ੇਰ ਕਹਿੰਦੇ ਆ, ਬਾਜ ਚਰਗ ਕੋਈ, ਇਹ ਸਭ ਸ਼ਿਕਾਰੀ ਪੰਛੀ ਨੇ, ਬੜੇ ਮਾਰ ਖੋਲੇ ਪੰਛੀ ਨੇ। ਇਹ ਜਿਹੜੇ ਮਾਸ ਖੋਰੇ ਨੇ, ਇਹਨਾਂ ਨੂੰ ਘਾਹ ਖਵਾ ਸਕਦਾ ਹੈ ਪ੍ਰਮਾਤਮਾ। ਘਾਹ ਖਾਣ ਵਾਲਿਆਂ ਨੂੰ ਮਾਸ ਖਾਣ ਲਈ ਮਜਬੂਰ ਕਰ ਸਕਦਾ ਹੈ ਪ੍ਰਮਾਤਮਾ। ਜਿੱਥੇ ਨਦੀਆਂ ਨੇ ਉੱਥੇ ਟਿੱਬੇ ਬਣ ਸਕਦੇ, ਜਿੱਥੇ ਟਿੱਬੇ ਨੇ ਉੱਥੇ ਨਦੀਆਂ ਬਣ ਸਕਦੀਆਂ ਨੇ, ਜਲ ਥਲ ਹੋ ਸਕਦਾ ਹੈ। ਇਹ ਪ੍ਰਮਾਤਮਾ ਦੀ ਵਡਿਆਈ ਹੈ। ਉਹ ਕੀੜਾ ਥਾਪ ਦੇ ਪਾਤਸ਼ਾਹੀ, ਕੀੜਿਆਂ ਨੂੰ ਵੀ ਪਾਤਸ਼ਾਹੀਆਂ ਦੇ ਸਕਦਾ ਹੈ। ਪਾਤਸ਼ਾਹੀਆਂ ਤੇ ਬੈਠਿਆਂ ਨੂੰ ਕੱਖਾਂ ਤੋਂ ਹੌਲੇ ਕਰ ਸਕਦਾ ਹੈ। ਆਕਾਸ਼ ਤੇ ਚੜਿਆਂ ਨੂੰ ਧਰਤੀ ਤੇ ਗਿਰਾ ਸਕਦਾ ਹੈ। ਧਰਤੀ ਤੇ ਰੋਲਦਿਆਂ ਨੂੰ ਆਕਾਸ਼ ਜਿੰਨੇ ਉੱਚੇ ਉਠਾ ਸਕਦਾ ਹੈ। ਛਿਨ ਮੈਂ ਰਾਉ ਰੰਗ ਕੋ ਕਰੀ ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਿਖ ਨਾਵੇ ਜਿਹ ਤਾਂ ਕੋ ਵਿਵਹਾਰੇ। ਉਹ ਪ੍ਰਮਾਤਮਾ ਦਾ ਇਹ ਵਿਹਾਰ ਹੈ, ਇਹ ਸਮਰੱਥ ਹੈ। ਗੁਰਦੇਵ ਕਹਿੰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ, ਜਿਸ ਗੁਰੂ ਨੇ ਨਾਮ ਦਾ ਪ੍ਰਤਾਪ ਪ੍ਰਗਟ ਕੀਤਾ ਤੇ ਉਹ ਨਾਮ ਨਾਲ ਜਦੋਂ ਜੁੜ ਗਿਆ ਕੋ ਬੰਦਾ, ਉਹ ਰੱਖਣਹਾਰ ਦੀ ਸਮਰੱਥਾ ਰੱਖਣ ਵਾਲਾ ਵਾਹਿਗੁਰੂ ਜਿਹੜਾ ਹੈ, ਉਹ ਜੀਵਨ ਨੂੰ ਰੱਖ ਲੈਂਦਾ, ਬਚਾ ਲੈਂਦਾ। ਉਹਨੂੰ ਫਿਰ ਦੁੱਖਾਂ ਦੇ ਸਮੁੰਦਰ 'ਚ ਨਹੀਂ ਜਾਣ ਦਿੰਦਾ, ਉਹਨੂੰ ਵਿਕਾਰਾਂ ਦੇ ਹੜ੍ਹ 'ਚ ਨਹੀਂ ਵਹਿਣ ਦਿੰਦਾ। ਉਹ ਪ੍ਰਮਾਤਮਾ ਜਿਹੜਾ ਉਹਦੇ ਨਾਮ ਨਾਲ ਜੁੜ ਜਾਏ। ਰਹਾਉ ਨਿਰਭਉ ਕੀਏ ਸੇਵਕ ਦਾਸ ਆਪਣੇ, ਸਗਲੇ ਦੁਖ ਬੇਦਾਰੇ। ਜਿਹੜੇ ਨਾਮ ਨਾਲ ਜੁੜ ਗਏ, ਪ੍ਰਮਾਤਮਾ ਆਪਣੇ ਉਹਨਾਂ ਸੇਵਕਾਂ ਨੂੰ ਨਿਰਭਉ ਕਰ ਦਿੰਦਾ, ਉਹਨਾਂ ਦੇ ਡਰ ਮਿਟ ਜਾਂਦੇ ਨੇ। ਨਾਮ ਨਾਲ ਜੁੜ ਕੇ ਮਨੁੱਖ ਡਰ ਤੋਂ ਉੱਤਮ ਉੱਚਾ ਉੱਠ ਜਾਂਦਾ ਹੈ। ਪਰਮਾਤਮਾ ਨਿਰਭਉ ਹੈ, ਨਿਰਭਉ ਦਾ ਸਿਮਰਨ ਕੀਤਾ ਮਨੁੱਖ ਨਿਰਭਉ ਹੋ ਜਾਂਦਾ ਹੈ। ਹੁਣ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਤੇ ਮਨੁੱਖ ਦੇ ਅੰਦਰ ਡਰ ਨਹੀਂ ਰਹਿਣਾ ਚਾਹੀਦਾ। ਸਾਡਾ ਮੁਲਕ ਤੇ ਅਸੀਂ ਕਿੰਨੇ ਧਾਰਮਿਕ ਬੜੇ, ਜੇ ਧਾਰਮਿਕ ਹੈ, ਇਸ ਮੁਲਕ ਦੇ ਵਿੱਚ ਆਬਾਦੀ ਕਦੇ ਵੀ ਘੱਟ ਨਹੀਂ ਰਹੀ। ਫਿਰ ਬਾਹਰਲੇ ਹਮਲਾਵਰ ਕਿੱਥੋਂ ਤਗੜੇ ਹੋ ਗਏ? ਉਹ ਆ ਕੇ ਕਿਉਂ ਲੁੱਟਦੇ ਰਹੇ, ਕੁੱਟਦੇ ਰਹੇ। ਤੇ ਜਿਹੜੇ ਲੋਕਾਂ ਨੂੰ ਧਰਮ ਦੇ ਨਾਂ 'ਤੇ ਕਰਮ ਕਾਂਡਾਂ 'ਚ ਪਾ ਕੇ ਲੁੱਟਦੇ ਸਨ, ਧਰਮ ਸਥਾਨਾਂ 'ਤੇ ਠੇਕੇਦਾਰ ਧਰਮ ਦੇ ਬਣੇ ਸਨ, ਸਭ ਤੋਂ ਪਹਿਲਾਂ ਤੇ ਹੱਥ ਜੋੜ ਕੇ ਉਹੀ ਹਮਲਾਵਰਾਂ ਦੇ ਅੱਗੇ ਖੜੇ ਹੁੰਦੇ ਸਨ, ਵੱਡੀਆਂ ਵੱਡੀਆਂ ਭੇਟਾਵਾਂ ਲੈ ਕੇ, ਡਰਦੇ ਮਾਰੇ। ਇਹਦਾ ਮਤਲਬ ਧਰਮ ਨਾਲ ਨਹੀਂ ਜੁੜੇ, ਸਿਰਫ ਪਖੰਡ ਸੀ। ਧਰਮ ਮਨੁੱਖ ਦੇ ਅੰਦਰੋਂ ਡਰ ਨੂੰ ਕੱਟਦਾ। ਪਰਮਾਤਮਾ ਦਾ ਸਿਮਰਨ ਮਨੁੱਖ ਦੇ ਅੰਦਰ ਨਿਰਭੈਤਾ ਪੈਦਾ ਕਰਦਾ। ਪਰਮਾਤਮਾ ਨਿਰਭਉ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
ਨਿਰਭਉ ਦਾ ਸਿਮਰਨ ਕਰਨ ਵਾਲਾ ਜਿਹੜਾ ਨਾ ਉਹਦੇ ਅੰਦਰੋਂ ਡਰ ਹੀ ਖਤਮ ਹੋ ਜਾਂਦਾ। ਡਰ ਕੀ ਹੈ? ਜਦੋਂ ਵੀ ਕੋਈ ਤਗੜਾ ਹੁੰਦਾ ਉਹ ਡਰਾਉਂਦਾ ਕੀ ਹੈ? ਤੈਨੂੰ ਮਾਰ ਦੇਵਾਂਗੇ, ਇਹ ਡਰ ਹੈ ਨਾ। ਤੇ ਰੱਬ ਦਾ ਪਿਆਰਾ ਕਹਿੰਦਾ ਤੂੰ ਕੌਣ ਹੈ ਮੈਨੂੰ ਮਾਰਨ ਵਾਲਾ? ਤੂੰ ਤੇ ਮੇਰੀ ਜਾਨ ਲੈ ਹੀ ਨਹੀਂ ਸਕਦਾ, ਜਾਨ ਤੇ ਮੇਰੀ ਵੀ ਨਹੀਂ ਹੈ, ਤੇ ਤੂੰ ਕਿੱਥੋਂ ਲੈ ਲੇਗਾ? ਜਿਹਦੀ ਇਹ ਆਪੇ ਲੈ ਜਾਏਗਾ, ਤੂੰ ਕਿੱਥੋਂ ਮਾਰ ਲੇਗਾ ਮੈਨੂੰ? ਸਭ ਤੋਂ ਵੱਡਾ ਡਰ ਮੌਤ ਦਾ ਹੈ ਨਾ। ਅਗਲਿਆਂ ਨੇ ਮੌਤ ਦੇ ਡਰ ਨੂੰ ਪਹਿਲਾਂ ਕੱਢ ਦਿੱਤਾ। ਗੁਰਬਾਣੀ ਕਹਿੰਦੀ ਮੌਤ ਦੇ ਡਰ ਤੋਂ ਬਚਣਾ ਪਹਿਲਾਂ ਮਰਨ ਕਬੂਲ, ਪਹਿਲਾਂ ਮਰਨਾ ਹੀ ਪ੍ਰਵਾਨ ਕਰ ਲਓ ਤੁਸੀਂ। ਮੌਤ ਹੀ ਸਭ ਤੋਂ ਵੱਡਾ ਡਰ ਹੈ ਨਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰ ਵਿੱਚ ਜੁੜੇ ਨਿਰਭਉ ਕੀਏ ਸੇਵਕ ਦਾਸ ਆਪਣੇ। ਪਰਮਾਤਮਾ ਨੇ ਆਪਣੇ ਪਿਆਰਿਆਂ ਨੂੰ ਨਿਰਭਉ ਬਣਾ ਦਿੱਤਾ। ਜਿੰਨੇ ਰੱਬ ਦੇ ਪਿਆਰਿਆਂ ਦਾ ਇਤਿਹਾਸ ਪੜ੍ਹ ਲਓ, ਉਹਨਾਂ ਦੇ ਅੱਗੇ ਕਿੰਨੇ ਕਿੰਨੇ ਤਗੜੇ ਡਰ ਰੱਖੇ ਗਏ, ਡਰਾਇਆ ਗਿਆ, ਮੌਤ ਦੇ ਡਰ ਦਿੱਤੇ ਗਏ। ਭਗਤ ਪ੍ਰਹਿਲਾਦ ਮਾਸੂਮ ਜਏ ਨੇ, ਲੇਕਿਨ ਨਿਰਭਉ ਬਾਲਕ ਮੂਲ ਨਾ ਡਰੇ। ਉਹ ਨਿਰਭਉ ਬਾਲਕ ਬਿਲਕੁਲ ਨਹੀਂ ਡਰਿਆ। ਉਹਨੂੰ ਜਿੰਨੇ ਮਰਜ਼ੀ ਮੌਤ ਦੇ ਡਰ ਦਿੱਤੇ ਗਏ। ਭਗਤ ਧਰੂ ਛੋਟੀ ਜਿਹੀ ਉਮਰ ਦਾ ਡਰਿਆ ਨਹੀਂ ਹੈ। ਹੋਰ ਅਨੇਕਾਂ ਸ਼ਹੀਦਾਂ ਦਾ ਇਤਿਹਾਸ ਪੜ੍ਹ ਲਈਏ, ਕਿੰਨੇ ਕਿੰਨੇ ਤਗੜੇ ਤਸੀਹੇ ਉਹਨਾਂ ਨੂੰ ਦਿੱਤੇ ਗਏ ਨੇ। ਸਾਡਾ ਤੇ ਇਤਿਹਾਸ ਇਹਨਾਂ ਗਵਾਹੀਆਂ ਨਾਲ ਭਰਿਆ ਪਿਆ। ਕਿਸੇ ਨੂੰ ਆਰੇ ਨਾਲ ਚੀਰ ਦਿੱਤਾ ਗਿਆ ਲੱਕੜਾਂ ਵਾਂਗੂ, ਕਿਸੇ ਨੂੰ ਅੱਗ 'ਚ ਰੂੰਚ ਬੰਨ੍ਹ ਕੇ ਸਾੜ ਦਿੱਤਾ ਗਿਆ, ਦੇਗ 'ਚ ਉਬਾਲ ਦਿੱਤਾ ਗਿਆ, ਤੱਤੀਆਂ ਤਵੀਆਂ 'ਤੇ ਬਿਠਾਇਆ ਗਿਆ, ਚਰਖੜੀਆਂ 'ਤੇ ਚਾੜਿਆ ਗਿਆ, ਜਮੂਰਾਂ ਦੇ ਨਾਲ ਮਾਸ ਨੋਚਿਆ ਗਿਆ, ਪੁੱਤਰਾਂ ਦੇ ਕਾਲਜੇ ਕੱਢ ਕੱਢ ਕੇ ਮੂੰਹ 'ਚ ਪਾਏ ਗਏ। ਇਹ ਕੋਈ ਮਾਮੂਲੀ ਗੱਲਾਂ ਨਹੀਂ ਹੈ ਦੁਨਿਆਵੀ ਜਗਤ ਦੇ ਵਿੱਚ। ਲੇਕਿਨ ਰੱਬ ਦੇ ਪਿਆਰੇ ਨਿਰਭਉ ਪਏ, ਐਨ ਕਿਸੇ ਡਰ ਤੋਂ ਉੱਚੇ ਉੱਠ ਕੇ ਰੱਬ ਦੇ ਰੰਗ ਜੁੜ ਗਏ। ਗੁਰੂ ਬਾਬਾ ਜੀ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਜੁੜ ਗਏ ਉਹਨਾਂ ਦੇ ਸਾਰੇ ਡਰ ਕੱਟੇ ਗਏ। ਉਹਨਾਂ ਨੂੰ ਕੋਈ ਡਰਾ ਨਾ ਸਕਿਆ। ਦੁਨਿਆਵੀ ਜਾਂ ਦੁਨੀਆ ਦੇ ਨਾਲ ਜੱਫਾ ਮਾਰਨ ਵਾਲੇ ਲੋਕ ਸਭ ਤੋਂ ਪਹਿਲਾਂ ਡਰਾਉਂਦੇ ਹੀ ਨੇ ਲੋਕਾਂ ਨੂੰ, ਤੇ ਦੁਨੀਆ ਡਰ ਕੇ ਉਹਨਾਂ ਦੀ ਮੁਤਾਜ਼ਗਾ ਕਰੀ ਚਲੀ ਜਾਂਦੀ ਹੈ। ਧਰਮ ਦੀ ਦੁਨੀਆ 'ਚ ਵੀ ਆਪਾਂ ਅੱਜ ਵੀ ਦੇਖਦੇ, ਧਰਮ ਦੀ ਬੜੀ ਚਰਚਾ ਹੈ। ਪਰ ਭਾਵੇਂ ਧਰਮ ਦੀ ਦੁਨੀਆ ਦੇਖ ਲਓ, ਉੱਥੇ ਵੀ ਸੱਚ ਬੋਲਣ ਵਾਲੇ ਨਹੀਂ ਲੱਭਣਗੇ ਤੁਹਾਨੂੰ। ਮੇਰੇ ਵਰਗੀ ਗੱਲ ਗੋਲ ਮੋਲ ਜੀ ਕਰਕੇ ਨਿਕਲ ਜਾਣਗੇ। ਜਿੱਥੇ ਸੱਚ ਦੀ ਗੱਲ ਹੈ, ਅੰਦਰ ਡਰ ਹੈ ਕਿ ਸਹਿ ਸਾਡੀ ਰੋਜੀ ਰੋਟੀ ਬੰਦ ਹੋ ਜਾਏਗੀ, ਸਹਿ ਸਾਨੂੰ ਕੋਈ ਦੁੱਖ ਝੱਲਣੇ ਪੈਣਗੇ। ਜੇ ਧਾਰਮਿਕ ਲੋਕ ਹੀ ਡਰੇ ਰਹਿਣਗੇ ਤੇ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸੱਚ ਦੇ ਮਾਰਗ 'ਤੇ ਚੱਲਣ ਦੀ ਗੱਲ ਕਹੀ ਹੈ। ਗੁਰੂ ਬਾਬਾ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ, ਜਦੋਂ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਦੇ ਨੇ, ਵਾਹਿਗੁਰੂ ਉਹਨਾਂ ਨੂੰ ਨਿਰਭਉ ਕਰ ਦਿੰਦਾ ਹੈ। ਸਗਲੇ ਦੁੱਖ ਬੇਦਾਰੇ, ਪਰਮਾਤਮਾ ਉਹਨਾਂ ਦੀ ਜ਼ਿੰਦਗੀ ਤੋਂ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦਾ, ਭਜਾ ਦਿੰਦਾ ਸਾਰੇ ਦੁੱਖਾਂ ਨੂੰ। ਕੋਈ ਦੁੱਖ ਉਹਨਾਂ ਦੇ ਉੱਪਰ ਅਸਰ ਹੀ ਨਹੀਂ ਪਾ ਸਕਦਾ, ਕੋਈ ਦੁੱਖ ਉਹਨਾਂ ਨੂੰ ਪੋ ਹੀ ਨਹੀਂ ਸਕਦਾ। ਪਰਮਾਤਮਾ ਦੀ ਚਰਨ ਸਰਨ ਜੁੜਿਆ ਜੋ ਪ੍ਰਾਣੀ ਹੈ, ਤਾਤੀ ਵਾਓ ਨ ਲੱਗੇ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਉਹਨੂੰ ਦੁੱਖਾਂ ਦੀ ਤੱਤੀ ਵਾਓ ਲੱਗਦੀ ਨਹੀਂ ਹੈ। ਉਹ ਇਹੋ ਜਿਹੀ ਅਵਸਥਾ 'ਚ ਪਹੁੰਚ ਜਾਂਦਾ ਹੈ ਕਿ ਦੁੱਖ ਉਹਨੂੰ ਪੋ ਹੀ ਨਹੀਂ ਸਕਦੇ। ਦੁੱਖਾਂ 'ਚ ਰਹਿ ਕੇ ਵੀ ਉਹ ਸੁੱਖ ਮਨਾਉਂਦਾ ਹੈ। ਸਾਹਿਬ ਜੀ ਨੇ ਫਿਰ ਬਚਨ ਕੇ ਆਨ ਉਪਾਵ ਤਿਆਗ ਜਨ ਸਗਲੇ, ਚਰਨ ਕਮਲ ਰਿੱਧ ਧਾਰੇ। ਜਿਹੜੇ ਰੱਬ ਦੇ ਜਨ ਨੇ, ਭਗਤ ਨੇ, ਉਹ ਸਾਰੇ ਉਪਾਵ ਤਿਆਗ ਕੇ ਨਾ, ਹੋਰ ਸਾਰੇ ਰਸਤੇ ਛੱਡ ਕੇ ਕੇਵਲ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਦੇ ਨੇ। ਉਹ ਸਾਰੇ ਰਸਤੇ ਕਿਹੜੇ? ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ੇਸ਼ਟ ਉਤਮ ਇਸਨਾਨ। ਚਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨਨੇ ਜਪ ਤਪ ਗਿਆਨ ਧਿਆਨ, ਤੀਰਥਾਂ ਦਾ ਇਸ਼ਨਾਨ, ਜੰਗਲਾਂ 'ਚ ਫਿਰਨਾ, ਹੋਮ ਜਪ ਕਰਨੇ, ਹੋਰ ਜਪ ਤਪ ਕਰਨੇ, ਪਾਠ ਪੂਜਾ ਕਰਨੀਆਂ, ਸਭ ਕੁਝ ਛੱਡ ਕੇ ਉਹਨੂੰ ਪਤਾ ਨਹੀਂ ਤੁਲ ਰਾਮ ਨਾਮ ਵਿਚਾਰ। ਪਰਮਾਤਮਾ ਦੇ ਸਿਮਰਨ ਦੇ ਤੁਲ ਕੋਈ ਚੀਜ਼ ਨਹੀਂ। ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਇਸ ਲਈ ਪੜ੍ਹਨੀ ਕਿ ਗੁਰਬਾਣੀ ਸਾਨੂੰ ਨਾਮ ਦਾ ਗਿਆਨ ਦਿੰਦੀ ਹੈ। ਗੁਰਬਾਣੀ ਇਸ ਕਰਕੇ ਅਸੀਂ ਵਾਰ-ਵਾਰ ਪੜ੍ਹਨੀ, ਗੁਰਬਾਣੀ ਸਾਨੂੰ ਪਰਮਾਤਮਾ ਦੇ ਪਿਆਰ 'ਚ ਜੋੜਦੀ ਹੈ। ਗੁਰਬਾਣੀ ਸਾਨੂੰ ਨਾਮ ਦੀਆਂ ਵਡਿਆਈਆਂ ਦੱਸਦੀ ਹੈ। ਜਦੋਂ ਅਸੀਂ ਮਨ ਨੂੰ ਗੁਰਬਾਣੀ ਵਿੱਚ ਜੋੜ ਕੇ ਪੜ੍ਹਦੇ ਹਾਂ, ਇਵੇਂ ਕਹਿ ਲਓ ਸੁਰਤ ਇਕਾਗਰ ਕਰਕੇ ਪੜ੍ਹਦੇ ਹਾਂ, ਉਹ ਤੁਸੀਂ ਨਾਮ ਹੀ ਜਪ ਰਹੇ ਹੁੰਦੇ ਆ। ਨਾਮ ਦਾ ਅਰਥ ਕੋਈ ਕੇਵਲ ਇੱਕ ਮੰਤਰ ਰਟਣ ਤੋਂ ਨਹੀਂ ਹੈ। ਨਾਮ ਦਾ ਅਰਥ ਉਸ ਪਰਮਾਤਮਾ ਨੂੰ ਚੇਤੇ ਕਰਨਾ, ਵਾਹਿਗੁਰੂ ਜੀ ਦੇ ਪਿਆਰ ਜੋੜਨਾ, ਉਹਦੀ ਹਸਤੀ ਨੂੰ ਆਪਣੀ ਸੁਰਤ ਵਿੱਚ ਲਿਆਉਣਾ। ਤੇ ਉਹ ਵਾਹਿਗੁਰੂ ਗੁਰਬਾਣੀ ਪੜ੍ਹਦੇ ਆ, ਉਹਦੇ ਗੁਣ, ਉਹਦੀਆਂ ਵਡਿਆਈਆਂ, ਉਹਦਾ ਸਰੂਪ, ਉਹਦਾ ਸੁਭਾਅ ਜਦੋਂ ਦੇਖਦੇ ਸਾਡੀ ਸੁਰਤ 'ਚ ਆਪਣੇ ਆਪ ਵਸ ਜਾਂਦਾ ਹੈ। ਇਸ ਕਰਕੇ ਗੁਰਬਾਣੀ ਦਾ ਪਾਠ ਵੀ ਵਾਹਿਗੁਰੂ ਦਾ ਸਿਮਰਨ ਹੈ। ਕਈ ਲੋਕ ਕਹਿੰਦੇ ਜੀ ਸਿਮਰਨ ਕਰਦੇ, ਬਾਣੀ ਨਹੀਂ ਪੜ੍ਹਦੇ ਆਪਾਂ। ਕਈਆਂ ਨੇ ਤਾਂ ਨਿਤਨੇਮ ਛੱਡਤਾ ਇਸੇ ਆਸਰੇ, ਸਿਮਰਨ ਕਰ ਲਈਦਾ ਜੀ, ਪਾਠ ਕਰਨ ਦੀ ਲੋੜ ਨਹੀਂ, ਗੁਰਦੁਆਰੇ ਜਾਣ ਦੀ ਲੋੜ ਨਹੀਂ, ਸਿਮਰਨ ਕਰ ਲੈਂਦੇ ਅਸੀਂ। ਸਿਮਰਨ ਮਹਾਨ ਹੈ, ਪਰ ਗੁਰਬਾਣੀ ਸਿਮਰਨ ਨਾਲ ਹੀ ਜੋੜਦੀ ਹੈ। ਗੁਰਬਾਣੀ ਸਿਮਰਨ ਦੀ ਵਡਿਆਈ ਦੱਸਦੀ ਹੈ। ਔਰ ਇੱਕ ਗੱਲ ਚੇਤੇ ਰੱਖਣਾ, ਜੇ ਅਸੀਂ ਗੁਰਬਾਣੀ ਪੜ੍ਹ ਕੇ ਗਿਆਨ ਪ੍ਰਾਪਤ ਨਾ ਕੀਤਾ
तो सिमरन कई बार सिमरन नहीं रह जाता, होर ही कुछ बन जाता है। आप देखते हैं अंदर सिमरन का हंकार हो जाता है। इस करके गुरु की मत, गुरु का ज्ञान बहुत जरूरी है। सतगुरु जी ने कि अकली साहिब से भी अकली पाइए मान, जे रब की बंदगी भी करनी तो वो अकल चाहिए, ज्ञान चाहिए, वो ज्ञान गुरु की बाणी चो मिलेगा। इस करके सतगुरु साहिब जी कहते हैं रब दे प्यारिਆਂ ने होर सारे उपाव त्याग दिते ते केवल चरण कमल रिद धारे। ਜਿਹੜੇ वाहिगुरु जी दे पवित्र चरण ने कमल वर्गे खिड़े होए, कमल वर्गे कोमल, कमल वर्गे सुंदर, वो वाहिगुरु जी दे चरण अपने हिरदे च धारण कर ले, भाव वाहिगुरु जी दे गुण अपने हिरदे धारण कर ले। प्राण आधार मीत साजन प्रभ एक है एक अंकारे। साहब जी कहते ने उन्हां दी जिंदगी दे अंदर उन्हां दे प्राणां दा आसरा केवल एक परमात्मा हुंदा है। वो अपनी जिंदगी दा आधार सिर्फ ते सिर्फ परमात्मा नूं गिणदे ने, प्राणां दा आधार परमात्मा नूं गिणदे ने। मीत दा अर्थ है मित्र, वो अपना मित्र भी परमात्मा नूं गिणदे ने, सज्जण भी परमात्मा नूं गिणदे ने। एक अंकार तो बिना उन्होंने होर कुछ नहीं आउंदा। वो तो एको गल कहंदे तू मेरा पिता, तू है मेरा माता, तू मेरा बंधप, तू मेरा भ्राता, तू मेरा राखा सबनी थाई तां पौ केहा काड़ा जियो। परमात्मा जी तुसी ही मेरे माँ हो, प्यो हो, भैन हो, भरा हो, रिश्तेदार हो, सारे थावां ते तुसी बैठे हुए हो। सब कुछ तुसी हो मेरे लिए। जिंदगी दे अंदर मेरी जिंदगी दी हर गल तुसी हो। रब दे प्यारिਆਂ ने तो इत्थों तक कह दिता कि भोजन भी साडा नाम ही है, कपड़ा भी साडा नाम ही है। साडी जिंदगी तो सानू गुरु ने कार मुख्तियारी नाम दी दे दी, नाम तो बिना होर ही कुछ नहीं। नाम हमारा भोजन 36 प्रकार, जिद खाइए हमको तृप्त पई। नाम हमारा पहनन जिद पहनदे फिर नंगे ना होवें, और पहनन की हमारी शर्त गई। असी दुनियावी तौर पर भोजन खाने के भुख मिट जाए, जिउंदे रहन लई शरीरक तौर पर सानू भोजन की लोड़ है, शरीर तां ही चलेगा। पर देखो ये भोजन खाने हैं फिर भुख लगती है, फिर खाना पींदा है फिर भुख लगती है। भोजन जरूरी है, भोजन शरीर नूं चलाउण लई है, भोजन चस्कियां लई नहीं है। इवें कह लो शरीर नूं चलाउण लई है, शरीर को भोजन चुकण लई नहीं है कि आपां इहनूं एक ट्रक बना लीए कि इहनूं भरी जाओ, ड्रम नूं भरी चले जाओ। वो खाना है जां उन्ना खाना है जिहदे नाल साडा शरीर तंदुरुस्त रहे, जिहदे नाल शरीर जिहड़ा है एन चढ़दी कला च रहे। ते जिस खाण दे नाल साडा शरीर ही रोगी जिहा हो जांदा है, भारा जिहा हो जांदा है, जां आपां अपने आप नूं दुखी महसूस करदे, हो खाना की होया। इस करके शरीर भोजन ली नहीं है, भोजन शरीर ली है। भोजन करके भोजन बहुत जरूरी है शरीर नूं जिउंदे रखण दे लई। किते सतगुरु जी ने भोजन त्यागण की गल नहीं कही। सतगुरु जी ने तो उन्हां लोकां नूं ताड़िया जिहड़े कहंदे अन्न ना खाया। सतगुरु जी कहंदे फिर साध गवाया, तुसीं ते अपनी जिंदगी दा स्वाद ही गवा लिया। अन्न ना खाया, साध गवाया, बहुत दुख पाया, दूजा पाया। तुसीं अपनी जिंदगी दा स्वाद गवा लिया। जिहड़े कहंदे भुखे आ असीं रब दी बंदगी करदे आ। गुरबाणी ने जिथे नाम जपण की गल कही है, उत्थे वाहिगुरु जी के नाम के नाल अन्न नूं जपण की भी गल की है। जपीए नाम जपीए अन्न की गल कही है। भगत जी के बचन ने कि अन्न नूं भी चेते करना, अन्न की संभाल करनी, अन्न की कदर करनी, अन्न पैदा करने वाले की भी कदर करनी। धरती के जो अन्न है इनू देवता मनते ने हिंदू वीर जिहड़े ने। अन्न नूं देवता कहा जाता है, गुरबाणी च भी है अन्न देवता, पानी देवता, वैसंतर देवता, लूण पंजवां पाया किरत। देवते का अर्थ यह है कि ये चीज़ां साडी जिंदगी च जरूरी ने। पानी नूं देवता क्या है, इसकी संभाल जरूरी है। पौण नूं देवता क्या, इसकी संभाल जरूरी है। लेकिन जिन्ना ज़्यादा देवते मन्नेगे उन्नी दुर्गति से देवतियां दी कीती गई साडे मुल्क दे अंदर। पानी की दुर्गत देख लो, हवा का हाल देख लो। गऊ नूं माता कहंदे ने हिंदू वीर, ते उन्हां दा हाल तुसीं देख लो सड़कां ते की बन रहा है। इसका मतलब कि धर्म एक अडंबर है, इदों वध कुछ नहीं है। धर्म सिर्फ एक अडंबर बन के रह गया, दिखावा बन के रह गया। सतगुरु साहिब जी कहते कि रब दे प्यारे जिहड़े ने उन्होंने हर चीज़ नूं रब दा नाम समझ लिया। भोजन भी साडा रब दा नाम है, कपड़ा भी साडा रब दा नाम है। जिथे बैठदे हर हसदियां खेड़दियां हर चीज़ वेले हर वेले रब दे नाम च जुड़े रहिंदे ने। प्राण आधार मीत साजन प्रभ एक है एक अंकार है। वो कहते एक वाहिगुरु जी जड़ा वो एक ओंकार जो परमात्मा है ना, वही साडे प्राणों का आधार है, वही साडा मित्र है,
ਉਹਦੇ ਵਰਗਾ ਤੇ ਮਿੱਤਰ ਹੈ ਹੀ ਕੋਈ ਨਹੀਂ ਹੈ। ਗੁਰਬਾਣੀ ਕਹਿੰਦੀ ਜੇ ਉਸ ਮਿੱਤਰ ਨੂੰ ਤੁਸੀਂ ਇੱਕ ਵਾਰੀ ਸਾਂਝ ਪਾ ਲਓਗੇ ਨਾ, ਉਸ ਮਿੱਤਰ ਨਾਲ ਸਾਂਝ ਪਾ ਲਓਗੇ, ਹਰ ਸੱਜਣ ਦਾਮਨ ਲੱਗਿਆਂ ਕਿਸੇ ਨਾ ਦੇਈ ਬਨ। ਦੁਨਿਆਵੀ ਤੌਰ ਤੇ ਬਹੁਤ ਮਿੱਤਰ ਦੋਸਤ ਸਾਡੀ ਜ਼ਿੰਦਗੀ ਸਾਨੂੰ ਮਿਲਦੇ ਨੇ, ਪਰ ਉਹ ਕੁਝ ਦਿਨ ਲਈ ਹੁੰਦੇ ਨੇ, ਉਹਨਾਂ ਦੀ ਕੋਈ ਲੋੜ ਹੁੰਦੀ ਤਾਂ ਹੁੰਦੇ ਨੇ, ਉਹ ਸਦਾ ਲਈ ਨਹੀਂ ਹੁੰਦੇ। ਕੋਈ ਇਹੋ ਜਿਹਾ ਭਾਗਮ ਵਾਲਾ ਹੋਏਗਾ ਜਿਹੜਾ ਤੁਹਾਡੀ ਸਾਰੀ ਜ਼ਿੰਦਗੀ ਮਿੱਤਰਤਾ ਨਿਭਾਏ ਤੁਹਾਡੇ ਨਾਲ। ਤੇ ਮਿੱਤਰ ਵੀ ਜਿਹੜੇ ਨੇ ਆਪਾਂ ਦੇਖਦੇ ਹਾਂ ਕੱਪੜਿਆਂ ਵਾਂਗੂ ਬਦਲਦੇ ਰਹਿੰਦੀਆਂ ਨੇ ਰਿਸ਼ਤੇਦਾਰੀਆਂ ਸਾਡੀਆਂ। ਗੁਰਬਾਣੀ ਕਹਿੰਦੀ ਹਰ ਸਾ ਮੀਤ ਨਾਹੀ ਮੈਂ ਕੋਈ, ਵਾਹਿਗੁਰੂ ਜੀ ਵਰਗਾ ਮੀਤ ਮਿੱਤਰ ਹੋਰ ਕੋਈ ਹੈ ਹੀ ਨਹੀਂ ਹੈ। ਤੇ ਵਾਰ-ਵਾਰ ਸਾਨੂੰ ਇਹ ਗੱਲ ਕਹੀ ਹੈ, ਜੇ ਮਿੱਤਰ ਬਣਾਉਣਾ ਹੈ ਤੇ ਪਰਮਾਤਮਾ ਨੂੰ ਬਣਾਓ, ਪਰਮਾਤਮਾ ਦੇ ਪਿਆਰਿਆਂ ਨੂੰ ਬਣਾਓ। ਤੇ ਗੁਰੂ ਬਾਬਾ ਜੀ ਕਹਿੰਦੇ ਨੇ ਉਹ ਵਾਹਿਗੁਰੂ ਜੀ ਹੀ ਸਾਡਾ ਮਿੱਤਰ ਹੈ, ਵਾਹਿਗੁਰੂ ਜੀ ਹੀ ਸਾਡਾ ਸੱਜਣ ਹੈ, ਵਾਹਿਗੁਰੂ ਜੀ ਸਾਡੇ ਪ੍ਰਾਣਾਂ ਦਾ ਆਧਾਰ ਹੈ। ਰੱਬ ਦੇ ਪਿਆਰਿਆਂ ਦੀ ਸਦਾ ਇਹ ਭਾਵਨਾ ਬਣੀ ਰਹਿੰਦੀ ਹੈ ਕਿ ਸਭ ਤੇ ਊਚ ਠਾਕੁਰ ਨਾਨਕ ਕਾ, ਬਾਰ ਬਾਰ ਨਮਸਕਾਰੇ। ਸਾਹਿਬ ਜੀ ਕਹਿੰਦੇ ਕਿ ਨਾਨਕ ਦਾ ਠਾਕੁਰ ਸਭ ਤੋਂ ਵੱਡਾ ਹੈ, ਪਰਮਾਤਮਾ ਸਾਡਾ ਸਭ ਤੇ ਵੱਡ ਸਮਰੱਥ ਗੁਰਦੇਵ ਸਾਰਿਆਂ ਤੋਂ ਵੱਡਾ ਹੈ। ਕਿੰਨਾ ਵੱਡਾ ਹੈ ਅਸੀਂ ਰੋਜ਼ ਪੜ੍ਹਦੇ ਹਾਂ ਕਿ ਉਹ ਪਰਮਾਤਮਾ ਸਾਡਾ ਇੰਨਾ ਵੱਡਾ ਹੈ, ਸਾਨੂੰ ਤੇ ਬੜਾ ਮਾਣ ਮਹਿਸੂਸ ਹੋਣਾ ਚਾਹੀਦਾ। ਜਦੋਂ ਅਸੀਂ ਸੋਦਰ ਦੀ ਪੌੜੀ ਪੜ੍ਹਦੇ ਹਾਂ ਨਾ, ਪੜ੍ਹਦੇ ਕਿ ਗਾਵਨ ਤੁਧਨੋਂ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ। ਵਾਹਿਗੁਰੂ ਨੂੰ ਹਵਾ ਗਾ ਰਹੀ ਹੈ, ਪਾਣੀ ਗਾ ਰਿਹਾ ਹੈ, ਧਰਮ ਰਾਜ ਗਾ ਰਿਹਾ ਹੈ। ਗਾਵਨ ਤੁਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਈਸ਼ਰ ਬ੍ਰਹਮਾ ਦੇਵੀ ਦੇਵਤੇ ਸ਼ਿਵ ਜੀ ਵਰਗੇ ਕਿੰਨੇ ਉਸ ਪ੍ਰਮਾਤਮਾ ਨੂੰ ਗਾ ਰਹੇ ਨੇ। ਹੁਣ ਕੋਈ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਬਾਣੀ ਨੂੰ ਪੜ੍ਹਦੇ ਆ ਸੁਣਦੇ ਆ ਨਹੀਂ ਵੀ ਜੇ ਕਹੇ ਕਿ ਮੈਂ ਗੁਰਬਾਣੀ ਦੇ ਮਾਰਗ ਨੂੰ ਛੱਡ ਕੇ ਕਿਤੇ ਪੱਥਰਾਂ ਨੂੰ ਮੱਥਾ ਟੇਕਣਾ ਹੈ, ਕਿਤੇ ਪਸ਼ੂਆਂ ਨੂੰ ਜਾਂ ਦੇਵੀ ਦੇਵਤਿਆਂ ਮਗਰ ਲੱਗਣਾ ਹੈ, ਤੇ ਉਦੋਂ ਵੱਡਾ ਬੇਵਕੂਫ ਹੋਰ ਕੌਣ ਹੋ ਸਕਦਾ ਹੈ? ਉਦੋਂ ਵੱਡਾ ਮੂਰਖ ਕੌਣ ਹੋ ਸਕਦਾ ਹੈ ਜਿਹੜਾ ਸੱਚ ਨੂੰ ਛੱਡ ਕੇ ਤੇ ਕੱਚ ਦੇ ਨਾਲ ਹੀ ਜੁੜੀ ਚਲਿਆ ਜਾਏ। ਗੁਰਬਾਣੀ ਕਹਿੰਦੀ ਹੈ ਪੌਣ ਪਾਣੀ ਜਿਸ ਪ੍ਰਮਾਤਮਾ ਨੂੰ ਗਾ ਰਹੇ ਨੇ, ਈਸ਼ਰ ਬ੍ਰਹਮਾ ਦੇਵੀ ਜਿਸ ਨੂੰ ਗਾ ਰਹੇ ਨੇ, ਸਿੱਧ ਸਮਾਧੀਆਂ 'ਚ ਬੈਠ ਕੇ ਜਿਹਨੂੰ ਜਗਾ ਰਹੇ ਨੇ, ਇੰਦਰ ਵਰਗੇ ਜਿਹਨੂੰ ਗਾ ਰਹੇ ਨੇ, ਜਿਸ ਦੇ ਦਰ ਤੇ ਪਤਾ ਨਹੀਂ ਕਿੰਨੇ ਸੂਰਮੇ ਜਤੀ ਸਤੀ ਬੈਠੇ ਉਹਦੀ ਕੀਰਤੀ ਕਰ ਰਹੇ ਨੇ, ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਹੈ। ਸਾਡਾ ਤੇ ਪ੍ਰਮਾਤਮਾ ਇੰਨਾ ਵੱਡਾ ਹੈ, ਇੰਨਾ ਮਹਾਨ ਹੈ। ਸਾਡਾ ਪ੍ਰਮਾਤਮਾ ਇੰਨਾ ਵੱਡਾ ਹੈ। ਬਾਬਾ ਧੰਨਾ ਜੀ ਨੇ ਇਹ ਗੱਲ ਕਹੀ ਕਿ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ। ਜ਼ਿੰਦਗੀ ਦੇ ਅੰਦਰ ਸਾਡੇ ਤੇ ਕੋਈ ਔਖਾ ਸਮਾਂ ਆਏ, ਸਾਨੂੰ ਕੋਈ ਲੋੜ ਪੈ ਜਾਏ, ਤੇ ਆ ਸਾਡਾ ਹੀ ਉਸ ਵੇਲੇ ਕੀ ਹੁੰਦਾ ਹੈ, ਨਿਰਾਸ਼ ਹੋ ਜਾਂਦੇ ਅਸੀਂ। ਨਿਰਾਸ਼ ਹੋ ਕੇ ਇੱਧਰ ਫਿਰ ਅੱਕੀ ਪਲਾ ਹੀ ਹੱਥ ਮਾਰਦੇ ਹਾਂ, ਜਿੱਧਰ ਕਿਸੇ ਨੇ ਦੱਸਿਆ ਉੱਧਰ ਭੱਜ ਪਏ, ਕਿਤੇ ਕਬਰ ਤੇ ਚਲੇ ਗਏ, ਕਿਸੇ ਮਨਮਤ ਦੇ ਅੱਡੇ ਤੇ ਚਲੇ ਗਏ, ਹੋਰ ਅਨੇਕਾਂ ਦੁਕਾਨਾਂ ਖੋਲੀ ਬੈਠੇ ਧਰਮ ਦੇ ਨਾਂ ਤੇ, ਉੱਧਰ ਅਸੀਂ ਖੱਜਲ ਖੁਆਰ ਹੋਣੇ ਸ਼ੁਰੂ ਹੋ ਜਾਂਦੇ ਹਾਂ। ਪਰ ਕਦੋਂ ਹੁੰਦੇ ਹਾਂ? ਜਦੋਂ ਸਾਨੂੰ ਉਸ ਵਾਹਿਗੁਰੂ ਜੀ ਦਾ ਗਿਆਨ ਨਹੀਂ ਹੁੰਦਾ। ਗੁਰਬਾਣੀ ਕਿਉਂ ਪੜ੍ਹਨੀ ਹੈ? ਗੁਰਬਾਣੀ 'ਚੋਂ ਸਾਨੂੰ ਪਤਾ ਲੱਗੇਗਾ ਕਿ ਪ੍ਰਮਾਤਮਾ ਹੈ ਕਿੰਨਾ ਮਹਾਨ ਹੈ। ਜਿਸ ਪ੍ਰਮਾਤਮਾ ਦੇ ਪਿਆਰ ਸਾਨੂੰ ਸਾਡੇ ਗੁਰੂ ਨੇ ਜੋੜਿਆ ਹੈ, ਉਹਦੀ ਹਸਤੀ ਕਿਹੋ ਜਿਹੀ, ਉਹ ਕਿੰਨਾ ਮਹਾਨ ਹੈ, ਉਹ ਕਿੰਨਾ ਸਮਰੱਥ ਹੈ। ਹੁਣ ਰੱਬ ਦੀ ਗੱਲ ਤਾਂ ਸਾਰੇ ਕਰਦੇ ਨੇ, ਲੇਕਿਨ ਰੱਬ ਬਾਰੇ ਪਤਾ ਨਹੀਂ ਹੈ ਸਾਰਿਆਂ ਨੂੰ। ਰੱਬ ਬਾਰੇ ਸੋਝੀ ਤਾਂ ਬਹੁਤ ਘੱਟ ਹੈ ਨਾ। ਇਹ ਘੱਟ ਸੋਝੀ ਦਾ ਪ੍ਰਤੀਕ ਹੀ ਹੈ। ਰੱਬ ਦੇ ਨਾਂ ਤੇ ਆਪਾਂ ਦੇਖਦੇ ਜਿੱਥੇ ਮਰਜੀਟਾਂ ਖੜੀਆਂ ਕਰਕੇ ਕੋਈ ਬਹਿ ਜਾਂਦੇ, ਰੱਬ ਦਾ ਘਰ ਹੈ। ਇਹ ਦੇਖੋ, ਇਹ ਗੁਰਦੁਆਰੇ ਜਿਹੜੇ ਬਣੇ ਨੇ ਇਹ ਸਿਰਫ ਗਿਆਨ ਦੇਣ ਲਈ ਨੇ। ਮਤਾਂ ਤੁਸੀਂ ਸੋਚੋ ਕਿ ਇੱਥੇ ਮੱਥਾ ਟੇਕਿਆ ਰੱਬ ਮਿਲ ਜਾਏਗਾ। ਮੱਥਾ ਬਹੁਤ ਟੇਕਦੇ ਕਿ ਰੱਬ ਨੂੰ ਮਿਲ ਗਏ ਹੈਗਾ। ਇਹ ਸੱਚ ਸੁਣਨਾ ਕਈ ਵਾਰੀ ਔਖਾ ਹੋ ਜਾਂਦਾ ਹੈ। ਗੁਰਦੁਆਰੇ ਗਿਆਨ ਦਾ ਕੇਂਦਰ ਨੇ। ਰੱਬ ਤਾਂ ਤੁਹਾਡੇ ਘਰ 'ਚ ਵੀ ਹੈ, ਰੱਬ ਤੇ ਤੁਹਾਡੇ ਹਿਰਦੇ 'ਚ ਵੀ ਹੈ, ਰੱਬ ਤੇ ਤੁਸੀਂ ਕੰਮ ਕਰਤੇ ਜਾਂਦੇ ਉੱਥੇ ਵੀ ਹੈ। ਗੁਰਦੁਆਰੇ ਆ ਕੇ ਗੁਰੂ ਕੀ ਬਾਣੀ ਨਾਲ ਜੁੜ ਕੇ ਗੁਰਦੁਆਰੇ ਹੋਏ, ਸੋਝੀ ਪਾਏ ਸੀ। ਗੁਰੂ ਦੇ ਦਰ ਤੋਂ ਤੇ ਸੋਝੀ ਮਿਲਣੀ ਹੈ, ਗਿਆਨ ਮਿਲਣਾ। ਲੇਕਿਨ ਸੋਝੀ ਲੈਣ ਲਈ ਤੇ ਭਾਗਾਂ ਵਾਲੇ ਆਉਂਦੇ, ਉਹਨਾਂ ਨੂੰ ਨਮਸਕਾਰ ਹੈ। ਬਹੁਤੇ ਤੇ ਆਪਣੀ ਲਿਸਟ ਹੀ ਸੁਣਾਉਣ ਲਈ ਆਉਂਦੇ ਨੇ। ਮਹਾਰਾਜ ਇੰਨੇ ਦਿਨ ਨੰਗੇ ਪੈਰੀ ਆਵਾਂਗੇ, ਸਾਡੀ ਲਿਸਟ ਰੱਖ ਲਓ ਆਪਣੇ ਕੋਲ, ਸਾਡੀ ਗੱਲ ਪੂਰੀ ਕਰ ਦਿਓ। ਤੇ ਜਿੱਧਰ ਕਿਸੇ ਨੇ ਕਿਹਾ ਕਿ ਉੱਥੇ ਲਿਸਟ ਬਹੁਤ ਹੀ ਜ਼ਿਆਦਾ ਸੁਣੀ ਜਾਂਦੀ ਹੈ, ਅਸੀਂ ਉੱਧਰ ਨੂੰ ਚਲੇ ਜਾਂਦੇ ਹਾਂ। ਇਸ ਕਰਕੇ ਗੁਰਦੁਆਰੇ ਦਾ ਅਰਥ ਹੈ ਗਿਆਨ ਪ੍ਰਾਪਤ ਕਰਨਾ। ਧਰਮ ਦਾ ਸੰਬੰਧ ਗਿਆਨ ਨਾਲ ਹੈ। ਧਰਮ ਦਾ ਸੰਬੰਧ ਇਹ ਨਹੀਂ ਕਿ ਮੈਂ ਕਿੱਥੇ ਕਿਵੇਂ ਮੱਥਾ ਟੇਕਦਾ, ਕਿੰਨੀ ਵਾਰੀ ਟੇਕਦਾ, ਕਿੰਨੇ ਪਾਠ ਕਰਦਾ। ਧਰਮ ਦਾ ਸੰਬੰਧ ਗਿਆਨ ਨਾਲ ਹੈ। ਗੁਰਬਾਣੀ ਦਾ ਬਚਨ ਜਹਾਂ ਗਿਆਨ ਤੈਂ ਧਰਮ ਹੈ। ਧਰਮ ਉੱਥੇ ਰਹਿ ਸਕਦਾ ਜਿੱਥੇ ਗਿਆਨ ਹੋਏਗਾ। ਜੇ ਗਿਆਨ ਨਹੀਂ ਹੈ ਤੇ ਬਾਹਰੋਂ ਜੋ ਕੁਝ ਮਰਜ਼ੀ ਹੁੰਦਾ ਰਹੇ,
ਧਰਮ ਪੰਖਰ ਉੱਡ ਰਿਹਾ, ਧਰਮ ਤਾਂ ਖੰਭ ਲਾ ਕੇ ਉੱਡ ਜਾਂਦਾ ਉੱਥੋਂ। ਧਰਮ ਹੈ ਮਨੁੱਖ ਦੇ ਅੰਦਰ ਰੱਬੀ ਗੁਣ ਪੈਦਾ ਹੋ ਜਾਣ। ਧਰਮੀ ਕਦੋਂ ਬੰਦਾ ਬਣਦਾ? ਜਦੋਂ ਉਹਦੇ ਅੰਦਰ ਦਇਆ ਹੋਏ, ਜਦੋਂ ਉਹਦੇ ਅੰਦਰ ਸੰਤੋਖ ਹੋਵੇ, ਜਦੋਂ ਉਹਦੇ ਅੰਦਰ ਪਿਆਰ ਹੋਵੇ, ਜਦੋਂ ਉਹਦੇ ਅੰਦਰ ਸਹਿਣਸ਼ੀਲਤਾ ਹੋਵੇ, ਜਦੋਂ ਉਹਦੇ ਅੰਦਰ ਪਰਉਪਕਾਰ ਦੀ ਭਾਵਨਾ ਤੇ ਦੂਜਿਆਂ ਦੀ ਸੇਵਾ ਭਾਵਨਾ ਹੋਏ, ਆਪਾਂ ਕਹਿੰਦੇ ਬੜਾ ਧਰਮੀ ਬੰਦਾ ਹੈ। ਕੱਪੜਿਆਂ ਨੂੰ ਦੇਖ ਕੇ ਥੋੜ੍ਹਾ ਧਰਮੀ ਦਾ ਅੰਦਾਜ਼ਾ ਲਗਾਇਆ ਜਾਏ। ਕੱਪੜਿਆਂ ਦੇ ਵਿੱਚ ਮੇਰੇ ਵਰਗੇ ਬੜੇ ਠੱਗ ਤੁਰੇ ਫਿਰਦੇ ਨੇ, ਚਿੱਟੇ ਕੱਪੜੇ ਪਾ ਕੇ ਅੰਦਰੋਂ ਸਿਰਫ ਲੋਕਾਂ ਨੂੰ ਲੁੱਟਣ ਦੀ ਤਾਂਘ ਲਗਾਈ ਬੈਠੇ ਨੇ ਕਿ ਜਿਵੇਂ ਨਾ ਕਿਵੇਂ। ਇਸ ਕਰਕੇ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਸਾਡਾ ਪ੍ਰਮਾਤਮਾ ਸਭ ਤੋਂ ਵੱਡਾ ਹੈ। ਇਹ ਗਿਆਨ ਗੁਰੂ ਕੀ ਬਾਣੀ ਪੜ੍ਹ ਕੇ ਮਿਲੇਗਾ। ਜਿਉਂ-ਜਿਉਂ ਅਸੀਂ ਗੁਰਬਾਣੀ ਪੜ੍ਹਾਂਗੇ ਸਾਨੂੰ ਪ੍ਰਮਾਤਮਾ ਦੀਆਂ ਵਡਿਆਈਆਂ ਦਾ ਪਤਾ ਲੱਗੇਗਾ। ਉਹ ਪ੍ਰਮਾਤਮਾ ਕਿੱਡਾ ਵੱਡਾ ਹੈ। ਅੰਤ ਨ ਸਿਬਤੀ ਕਹਿਣ ਨਾ ਅੰਤ, ਅੰਤ ਨ ਕਰਨੇ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਕਰਨੇ ਦੇਣ ਨਾ ਅੰਤ। ਸਤਿਗੁਰੂ ਜੀ ਕਹਿੰਦੇ ਅੰਤ ਕਾਰਨ ਕੇਤੇ ਬਿਲ ਲਾਏ। ਉਹ ਪ੍ਰਮਾਤਮਾ ਦਾ ਅੰਤ ਅੱਜ ਤੱਕ ਕੋ ਪਾ ਨਹੀਂ ਸਕਿਆ। ਪਾਉਣ ਲਈ ਬੜੇ ਯਤਨ ਕੀਤੇ ਲੋਕਾਂ ਨੇ ਕਿ ਪਾ ਲਈਏ, ਪਾ ਨਹੀਂ ਸਕਿਆ। ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਾਡਾ ਇਹੋ ਜਿਹਾ ਪ੍ਰਮਾਤਮਾ ਹੈ। ਬੇਨਤੀ ਕਰ ਰਿਹਾ ਸਾਂ, ਜ਼ਿੰਦਗੀ 'ਚ ਕੋਈ ਲੋੜ ਪਏ, ਦੁੱਖ ਬਿਪਤਾ ਆ ਜਾਏ, ਫਟ ਅਸੀਂ ਘਬਰਾ ਕੇ ਜਿੱਧਰ ਕੋ ਕਹਿੰਦਾ ਤੁਰ ਪੈਂਦੇ ਹਾਂ। ਉਹ ਪੀਰਾਂ ਫਕੀਰਾਂ ਦੇ ਮੜੀਆਂ ਮਸਾਣਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਰੌਣਕਾਂ ਲੱਗਦੀਆਂ ਨੇ। ਪਰ ਕਦੀ ਸੋਚਿਆ ਕਿ ਜ਼ਿੰਦਗੀ ਕਿਹਨੇ ਦਿੱਤੀ ਹੈ ਸਾਨੂੰ? ਕਦੀ ਸੋਚਿਆ ਕਿ ਜਦੋਂ ਅਸੀਂ ਸੰਸਾਰ 'ਚ ਨਹੀਂ ਆਏ ਸਾਂ, ਜਦੋਂ ਅਸੀਂ ਅਜੇ ਮਾਤਾ ਕੇ ਉਧਰ ਸਾਡੀ ਹੋਂਦ ਬਣੀ ਸੀ, ਕਿਹਨ ਬਣਾਈ ਸੀ ਸਾਡੀ ਹੋਂਦ? ਉੱਥੇ ਸਾਨੂੰ ਕਿਹਨ ਪਾਲਿਆ ਹੈ? ਉੱਥੇ ਸਾਡੀ ਰੱਖਿਆ ਕਿਹਨ ਕੀਤੀ ਹੈ? ਮਾਤਾ ਕੇ ਉਧਰ ਵਿੱਚ ਸਾਡੀ ਸੰਭਾਲ ਕਿਹਨ ਕੀਤੀ? ਕਦੀ ਸੋਚਿਆ ਹੀ ਨਹੀਂ ਅਸੀਂ ਉਹ ਸਮਾਂ ਭੁੱਲ ਜਾਂਦੇ ਹਾਂ। ਗੁਰਬਾਣੀ ਇਹ ਕਹਿੰਦੀ, ਬਾਬਾ ਤੰਨਾ ਜੀ ਕਹਿੰਦੀ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ। ਉਹ ਸਾਡਾ ਵਾਹਿਗੁਰੂ ਮਾਲਕ ਤਾਂ ਇਹੋ ਜਿਹਾ ਹੈ, ਸਾਡਾ ਖਸਮ ਤਾਂ ਇਹੋ ਜਿਹਾ ਹੈ ਜਿਹੜਾ ਜਨਨੀ ਕੇਰੇ ਉਧਰ ਉਦਕ ਮੈਂ, ਮਾਤਾ ਕੇ ਉਦਰ ਦੇ ਵਿੱਚ ਅੱਗ ਦੇ ਵਿੱਚ, ਉਦਕ ਮੈਂ ਨਾ ਅੱਗ ਦੇ ਵਿੱਚ ਜਿਹਨੇ ਸਾਡੀ ਸੰਭਾਲ ਕੀਤੀ ਹੈ। ਪਿੰਡ ਕੀਆ 10 ਦੁਆਰਾ, ਸਾਡਾ ਇਹ ਸਰੀਰ ਜਿਹੜਾ ਬਣਾ ਹੈ ਔਰ ਉਸ ਅੱਗ ਦੇ ਵਿੱਚ ਵਾਹਿਗੁਰੂ ਜੀ ਨੇ ਸਾਡੀ ਸੰਭਾਲ ਕੀਤੀ ਹੈ। ਸਾਡੀ ਪਰਮਾਤਮਾ ਨੇ ਪ੍ਰਤਪਾਲਨਾ ਕੀਤੀ। ਇਹੋ ਜਿਹਾ ਸਾਡਾ ਵਾਹਿਗੁਰੂ ਹੈ। ਇੱਥੇ ਬਸ ਨਹੀਂ ਕੁਮੀ ਜਲ ਮੈਂ ਤਨ ਤਿਸ ਬਾਹਰ ਪੰਖ ਕੀਰ ਤਿਸ ਨਹੀਂ। ਕੁਮੀ ਦਾ ਅਰਥ ਕੱਛੂ ਕੁਮੀ, ਆਂਡੇ ਬਾਹਰ ਦੇ ਜਾਂਦੀ ਆ, ਪਾਣੀ 'ਚ ਰਹਿੰਦੀ ਹੈ, ਸਮੁੰਦਰਾਂ 'ਚ ਰਹਿੰਦੇ ਕੱਛੂ ਬਾਹਰ ਆਂਡੇ ਦੇ ਜਾਂਦੇ। ਕਦੇ ਸਮੁੰਦਰਾਂ ਦੇ ਕੰਢਿਆਂ 'ਤੇ ਜਾਓ ਤੁਹਾਨੂੰ ਆਂਡੇ ਆਮ ਕੱਛੂਆਂ ਦੇ ਮਿਲ ਜਾਣਗੇ। ਲੇਕਿਨ ਉਹਨਾਂ ਬੱਚਿਆਂ ਨੂੰ ਕੌਣ ਪਾਲਦਾ ਬਾਹਰ? ਉਹ ਪਰਮਾਤਮਾ ਪਾਲਦਾ ਹੈ। ਪੱਥਰ ਦੇ ਵਿੱਚ ਜੀਵਨ ਨੂੰ ਰਿਜ਼ਕ ਕੌਣ ਦਿੰਦਾ? ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰਤ ਰਿਹਾ। ਸਾਡਾ ਤੇ ਪਰਮਾਤਮਾ ਇਹੋ ਜਿਹਾ। ਸਾਡਾ ਪਰਮਾਤਮਾ ਉਹ ਨਹੀਂ ਹੈ ਕਿ ਜਿਹੜਾ ਪੇੜਾ ਬਣਾ ਕੇ ਦੇ ਜਾ ਤੇਰੀ ਮੱਝ ਦੁੱਧ ਦੇਣ ਲੱਗ ਪਏ ਜੀ ਇਹੀ ਰੱਬ ਹੈ ਸਾਡੇ ਲਈ। ਅਸੀਂ ਤੇ ਰੱਬ ਹੀ ਬੜਾ ਸਸਤਾ ਜਿਹਾ ਬਣਾਇਆ। ਸਾਡਾ ਪਰਮਾਤਮਾ ਸਰਬ ਵਿਆਪਕ ਹੈ। ਸਾਡਾ ਪਰਮਾਤਮਾ ਉਹ ਜਿਹੜਾ ਸਾਰੇ ਜਗ ਨੂੰ ਰਿਜ਼ਕ ਦਿੰਦਾ। ਸਾਡਾ ਪਰਮਾਤਮਾ ਜਿਹੜਾ ਦੇਂਦਾ ਦੇ ਲੈਂਦੇ ਥੱਕ ਪਾਏ। ਸਾਡਾ ਪਰਮਾਤਮਾ ਉਹ ਹੈ ਜਿਹੜਾ ਦੀਨ ਦਿਆਲ ਦਇਆ ਨਿਦ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਸਾਡੇ ਔਗਣ ਜਾਣਦਾ, ਸਾਡੀਆਂ ਕਮੀਆਂ ਦਾ ਉਹਨੂੰ ਪਤਾ ਹੈ, ਲੇਕਿਨ ਦਿਆਲੂ ਬੜਾ। ਸਦ ਬਖਸ਼ਿੰਦ ਸਦਾ ਮਿਹਰਵਾਨਾ। ਉਹ ਸਦਾ ਦਿਆਲੂ ਹੈ, ਸਦਾ ਬਖਸ਼ਿੰਦ ਹੈ, ਉਹ ਸਦਾ ਮਿਹਰਵਾਨ ਹੈ। ਉਹ ਸਾਰੇ ਜੀਵਨ ਨੂੰ ਰਿਜ਼ਕ ਦੇ ਰਿਹਾ ਹੈ। ਗੁਰੂ ਬਾਬਾ ਜੀ ਕਹਿੰਦੇ ਸਾਡਾ ਤੇ ਉਹ ਪਰਮਾਤਮਾ ਹੈ। ਸਭ ਤੇ ਊਚ ਠਾਕੁਰ ਨਾਨਕ ਕਾ। ਵੀ ਨਾਨਕ ਦਾ ਮਾਲਕ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ। ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾਵਾਰਾ। ਜਿਸ ਪਰਮਾਤਮਾ ਦੇ ਦਰਬਾਰ ਦਾ ਕੋਈ ਪਾਰਾਵਾਰ ਨਹੀਂ ਹੈ। ਉੱਚੇ ਤੇ ਉੱਚਾ ਪ੍ਰਭਥਾਨ, ਜਿਸ ਪਰਮਾਤਮਾ ਦਾ ਥਾਂ ਸਾਰਿਆਂ ਤੋਂ ਉੱਚਾ ਹੈ। ਜਿਸ ਪਰਮਾਤਮਾ ਦੇ ਦਰ ਤੇ ਪਤਾ ਨਹੀਂ ਕਿੰਨੇ ਕੁ ਦੇਵੀ ਦੇਵਤੇ ਹਮੇਸ਼ਾ ਹੀ ਤੁਧ ਧਿਆਨ ਭੇਦ ਕਤੇਬਾਂ ਸਣ ਖੜੇ। ਬ੍ਰਹਮੇ ਤੁਧ ਧਿਆਨ ਇੰਦਰ ਇੰਦਰਾਸਨ। ਇੰਦਰ ਵਰਗੇ ਜਿਹੜੇ ਬੈਠੇ ਉਸ ਪਰਮਾਤਮਾ ਨੂੰ ਜਪਦੇ ਨੇ, ਤੇ ਅਸੀਂ ਉਸ ਪਰਮਾਤਮਾ ਨੂੰ ਛੱਡ ਕੇ ਐਵੇਂ ਜਿਹੜੇ ਰੱਬ ਦੇ ਬਣਾਏ ਨੇ ਉਹਨਾਂ ਮਗਰ ਤੁਰੇ ਫਿਰੀਏ ਤੇ ਕੋਈ ਸਿਆਣਪ ਨਹੀਂ ਨਾ। ਐਵੇਂ ਕਹਿ ਲਓ ਰਾਜੇ ਨੂੰ ਛੱਡ ਕੇ ਗੁਲਾਮਾਂ ਦਾ ਕੋਈ ਗੁਲਾਮ ਹੋ ਜਾਏ, ਉਹ ਤੋਂ ਕੋਈ ਵੱਡਾ ਨਹੀਂ ਬਣ ਸਕੇਗਾ। ਗੁਲਾਮਾਂ ਦਾ ਗੁਲਾਮ ਬਣ ਕੇ ਆਪਾਂ ਵੱਡੇ ਨਹੀਂ ਬਣ ਸਕਦੇ। ਅਸੀਂ ਜਦੋਂ ਪਰਮਾਤਮਾ ਨੂੰ ਛੱਡ ਕੇ ਬੰਦਿਆਂ ਦੇ ਬੰਦੇ ਬਣਦੇ ਆ ਨਾ, ਕਿ ਫਲਾਣੇ ਬੰਦੇ ਨੂੰ ਮੱਥਾ ਟੇਕੋ ਉਹ ਸਾਨੂੰ ਕੋਈ ਦੇ ਦੇਵੇਗਾ। ਦੇਖੋ ਜੋ ਵਾਹਿਗੁਰੂ ਜੀ ਦੇ ਪਿਆਰ ਜੁੜੇ ਨੇ, ਜੋ ਰੱਬ ਦਾ ਸਾਨੂੰ ਗਿਆਨ ਦਿੰਦੇ, ਉਹ ਸਤਿਕਾਰਯੋਗ ਨੇ। ਉਹਨਾਂ ਦੀ ਸੰਗਤ ਕਰਨੀ, ਉਹਨਾਂ ਦਾ ਸਤਿਕਾਰ ਕਰਨਾ ਸਾਡਾ ਪਰਮ ਫਰਜ਼ ਹੈ। ਲੇਕਿਨ ਰੱਬ ਕੋਈ ਨਹੀਂ ਹੈ, ਰੱਬ ਕੇਵਲ ਇੱਕ ਪਰਮਾਤਮਾ ਹੈ। ਜਦੋਂ ਅਸੀਂ ਪਰਮਾਤਮਾ ਨੂੰ ਭੁਲਾ ਕੇ ਬੰਦਿਆਂ ਦੇ ਬੰਦੇ ਬਣ ਜਾਵਾਂਗੇ ਤੇ ਫਿਰ ਅਸੀਂ ਕਿੰਨੇ ਕੁ ਮਹਾਨ ਬਣੇ। ਫਿਰ ਤੇ ਅਸੀਂ ਬੰਦੇ ਵੀ ਨਾ ਰਹੇ ਨਾ, ਬੰਦਿਆਂ ਦੇ ਗੁਲਾਮ ਬਣ ਗਏ। ਸਮਾਜ ਵਿੱਚ ਹੈ ਵਾਪਰ ਇਹੀ ਕੁਝ ਰਿਹਾ ਹੈ। ਭਾਈ ਗੁਰਦਾਸ ਜੀ ਨੇ ਕਿਹਾ ਸੀ ਖਾਣੀ ਬਾਣੀ ਜੋਗ ਚਾਰ,
लाख 84 जोन बनाई, उत्तम जोन वखाणीए, दुलभ मानस जोन दुलभ सिखाई, सब जोनी कर वास्ते इस मानस नूं दित्ती वडियाई। सारियां जोनां नूं मनुख दा गुलाम बना के मनुख नूं एडी वड्डी वडियाई दित्ती, इस धरती ते महान बना दिता। पर भाई साहब जी कहते जो मैं मनुखों वाल नज़र मारदा, बहुते मानस जगत च पराधीन के समझ ना आई। बहुते लोग तो गुलाम ने। जिंदगी च कोई भी दुख जो शुरू होंदा है वह मानसिक गुलामी तो शुरू होंदा है, मानसिक गुलामी तो। ते अखौती धार्मिक लोग सब तो पहले मानसिक तौर पर गुलाम करते हैं। तुहाडे अंदरों तुहाडा स्वै सत्कार खत्म करनगे। तुसीं तां कर्मां करके माड़े हो, तुसीं ते बहुत बुरे कर्म कीते, तुहाडे ते भाग ही बड़े माड़े ने। तुहाडे अंदर इहो जी निराशता पैदा करनगे, तुहाडा स्वैमान खत्म हो जाएगा। बंदा विचारा जा बन के जिथे मर्जी मत्थे टेकी जाएगा, जिथे मर्जी तुरिया फिरेगा, धक्के खाई जाएगा। स्वैमान खत्म किया जाता है। जदों किसी कौम नूं, जदों किसी मुल्क नूं, जदों किसी समाज नूं गुलाम बनाउणा होए ना, उहदे अंदरों फिर स्वैमान खत्म किया जाता है। जिहड़ा तुहाडा स्वैमान खत्म करे वो धर्म हो ही नहीं सकता। धर्म मनुख दे अंदर गैरत पैदा करता है, अणख पैदा करता है, स्वैमान पैदा करता है। हुण धर्म के नां ते आपां देखदे मनुख नूं विचारा जा बना के थां थां ते रोलिया जा रहा। मूर्तां अगे मत्थे टिकाए जांदे ने, पत्थरां अगे मत्थे टिकाए जांदे ने, पशुआं अगे मत्थे टिकाए जांदे कि पशुआं दा मूत पी जाओ, यही सब कुछ है। ये कुछ कौन करदा है? जदों स्वैमान नहीं रहिंदा मनुख दे अंदर। गुलामी की गल शुरू उदों हुंदी जदों मनुख दे अंदर स्वैमान खत्म हो जाता है। गुरबाणी मनुख दे अंदर स्वैमान पैदा करती है, अणख पैदा करती, गैरत पैदा करती, पत दे नाल जीउण दी सोझी दिंदी। जे जीवे पत लथी जाए सब हराम जेता किश खाए। जे जिउंदे इज्जत नहीं है तो फिर रब रब जिन्ना मर्जी कर लो, बाद इज्जत कित्थों होनी है? पहला अपनियां नज़रां च बंदा सत्कारयोग बने। जिहड़ा अपनियां नज़रां तो डिग गया, समाज दीयां नज़रां तो डिग गया, वो कित्थे मान प्राप्त करेगा? इस करके सतगुरु साहिब जी ने बचन कहे ने, साडा ठाकुर, साडा मालक, साडा वाहिगुरु, साडा परमात्मा सब तो वड्डा है। सानू किसी दी की परवाह है? किसी दी परवाह की लोड़ ही नहीं है। जिस दे वल परमात्मा है, गुरबाणी ये गल कहती, जां तू मेरे वल है तो क्या मुछंदा। परमात्मा जदों तुसी मेरे नाल ते मैनू किसी दी मुताजगी की लोड़ है की है, तो सब किस मैनू सौंपिया। भाई साहब जी कहते सब कुछ रब ने दिता सी, पर बहुते मानस जगत च पराधीन के समझ ना आई। लोकी ते गुलाम बन गए। अज असी गुलाम बन गए बंदियां दे, गुलाम बन गए असी वस्तुआं दे, गुलाम बन गए असी पदार्थां दे, और गुलामी करके होर गुलामी 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 दे संगल साडे गल पई जांदे ने, असी निकल नहीं सकते। ये संगल कट्टे जाने ने ज्ञान दे नाल। वो ज्ञान मिलेगा गुरबाणी विचों। सतगुरु जी ने अज दे मुख वाक रही सानू सोझी दिती। मैं अपने गुरु तो बलिहार हाँ जी। जिस गुरु ने नाम की वडियाई मैनू दसी, उस परमात्मा के नाम नाल जोड़िया, जिस परमात्मा वर्गा है ही कोई नहीं है, वो वर्गा होर कोई दूजा है कोई नहीं है। और वह परमात्मा का नाम जिहदे नाल जुड़िया मनुख के सारे दुख मिट जाते हैं। वह परमात्मा का नाम जिहड़ा परमात्मा अपने नाल जुड़े हुए मनुख की हमेशा इज्जत रखता है, हमेशा पैज रखता है। साहब कहते मैं उस परमात्मा तो भी वारंवार कुर्बान हाँ, नमस्कार करदा हाँ। सतगुरु जी मेहर करन, गुरु के ये पावन पवित्र बचन साडे हिरदे च वसन। इन्नियां ही बेनतियां प्रवान करनियां, भुल्लां चुक्कां दी खिमा बख्श देनी जी। गरीब नवाज सतगुरु जी समूह संगतन अपने दरों घरों नाम बाणी का प्यार बख्श के करतार्थ करन। प्यार सहित सारे ही बुलाओ। वाहिगुरु जी का खालसा, वाहिगुरु जी की फतेह।